ਵਾਹਿਗੁਰੂ ਜੀ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੇ। ਨਾ ਸਤ ਮੂਡ ਮਡਾਈ ਕੇਸੀ, ਨਾ ਸਤ ਪੜਿਆ ਦੇਸ਼ ਫਿਰੇ। ਨਾ ਸਤ ਰੁੱਖੀ ਬਿਰਖੀ ਪੱਥਰ, ਆਪ ਤਸ਼ਾਵੇ ਦੁੱਖ ਸਹੇ। ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਹ ਚਰੇ। ਜਿਸ ਹੱਥ ਸਿੱਧ ਦੇਵੇ ਜੇ ਸੋਈ, ਜਿਸਨੂੰ ਦੇ ਤਿਸ ਆਏ ਮਿਲੇ। ਨਾਨਕ ਤਾਂ ਕੋ ਮਿਲੇ ਵਡਾਈ, ਜਿਸ ਘਟ ਭੀਤਰ ਸ਼ਬਦ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਜਪਜੀ ਸਾਹਿਬ ਦੀ ਕਥਾ ਆਪਾਂ ਆਰੰਭ ਕੀਤੀ ਹੋਈ ਆ, ਉਹਦੇ ਵਿੱਚ 7ਵੀਂ ਪੌੜੀ ਤੇ ਆਪਾਂ ਗਏ ਸਾਂ। ਜਿਹੜੀ 7ਵੀਂ 6ਵੀਂ ਤੇ 5ਵੀਂ ਪੌੜੀ ਆ ਜਪਜੀ ਸਾਹਿਬ ਦੀ, ਇਹ ਜੋਗੀਆਂ ਦੇ ਨਾਲ ਵਾਰਤਾਲਾਪ ਹੈ। ਜੋਗੀ ਆਪਣਾ ਮਤ ਪ੍ਰਗਟ ਕਰਦੇ ਨੇ, ਸਾਹਿਬ ਜੀ ਆਪਣਾ ਮਤ ਪ੍ਰਗਟ ਕਰਦੇ ਨੇ। ਘਾਟ ਨਾ ਕਹਿ ਕਿਸਨੀ ਕਹਾਇਆ, ਸਭ ਕਹਤੇ ਹੈ ਪਾਇਆ। ਉਹ ਕਹਿੰਦੇ ਅਸੀਂ ਬੜੇ ਮਹਾਨ, ਅਸੀਂ ਰਾਜ ਛੱਡੇ ਹੋਏ ਨੇ, ਅਸੀਂ ਭੋਗ ਛੱਡੇ ਹੋਏ ਨੇ, ਅਸੀਂ ਜੋਗੀ ਹਾਂ। ਤੁਸੀਂ ਗ੍ਰਸਤੀ ਹੋ। ਜੋਗੀ ਮਹਾਨ ਹੁੰਦਾ ਹੈ ਕਿ ਗ੍ਰਸਤੀ ਮਹਾਨ ਹੁੰਦਾ ਹੈ? ਭੋਗੀ ਦੀ ਤੇ ਹਮੇਸ਼ਾ ਨਿੰਦਾ ਕੀਤੀ ਗਈ ਹੈ ਤੇ ਜੋਗੀ ਨੂੰ ਵਡਿਆਇਆ ਗਿਆ। ਇਹ 3 ਪੌੜੀਆਂ ਇਹ ਤੇ 4 ਪੌੜੀਆਂ ਅਗਲੀਆਂ, ਜਿਹਦੀ ਆਪਾਂ ਇੱਕ ਅੱਜ ਪੌੜੀ ਲੈ ਕੇ ਵਿਆਖਿਆ ਕਰਨੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ ਤੇ ਉਹਦੇ ਵਿੱਚ ਬਹੁਤ ਚਰਚਾ ਜਿਹੜੀ ਆ ਗੁਰੂ ਨਾਨਕ ਸਾਹਿਬ ਦੀ ਜੋਗੀਆਂ ਨਾਲ ਹੋਈ ਹੈ। ਗੁਰੂ ਅੰਗਦ ਸਾਹਿਬ ਦੇ ਸਨਮੁਖ ਜੋਗੀ ਆਉਂਦੇ ਨੇ। ਕਦੀ ਜੋਗ ਦਾ ਬੋਲ ਬਾਲਾ ਇਸ ਧਰਤੀ ਤੇ ਰਿਹਾ ਤੇ ਝੁੰਡਾਂ ਦੇ ਝੁੰਡ ਜੋਗੀ ਇਸ ਧਰਤੀ ਤੇ ਬੈਠੇ ਹੁੰਦੇ ਸੀ ਤੇ ਰਾਜੇ ਰਾਜ ਛੱਡ ਕੇ ਜੋਗ ਕਮਾਉਂਦੇ ਸੀ। ਤੇ ਹੁਣ ਜੋਗੀਆਂ ਨੇ ਜੋਗ ਛੱਡ ਕੇ ਤੇ ਰਾਜ ਕਮਾਉਣਾ ਸ਼ੁਰੂ ਕਰ ਦਿੱਤਾ। ਉਹਦੀ ਵੱਡੀ ਉਦਾਹਰਨ ਹੈ ਅਦਿੱਤਯਨਾਥ ਜੋਗੀ, ਕੰਨ ਪਾਟਾ, ਯੂਪੀ ਦਾ ਮੁੱਖ ਮੰਤਰੀ। ਗੁਰੂ ਅੰਗਦ ਸਾਹਿਬ ਦੇ ਕੋਲ ਈਰਖਾਲੂ ਜੋਗੀ ਆਉਂਦੇ ਨੇ ਤੇ ਪਿੰਡ ਦਾ ਜਿਹੜਾ ਜੋਗੀ ਆ ਕੰਨ ਪਾਟਾ, ਉਹ ਵੀ ਗੁਰੂ ਅੰਗਦ ਸਾਹਿਬ ਨਾਲ ਈਰਖਾ ਕਰਦਾ ਤੇ ਕਹਿੰਦਾ ਗ੍ਰਸਤੀ ਬੰਦਾ ਮੱਥਾ ਨਹੀਂ ਟਿਕਾ ਸਕਦਾ, ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਜਿੱਦਾਂ ਇੱਕ ਧਾਰਨਾ ਹੈ ਕਿ ਨਾਥਾਂ ਵਿੱਚੋਂ ਭੋਲੇਨਾਥ ਤੋਂ ਉੱਪਰ ਕੋਈ ਵੱਡਾ ਨਾਥ ਨਹੀਂ, ਜਿਹੜੀ ਉਹਨਾਂ ਦੀ ਧਾਰਨਾਵਾਂ ਨੇ। ਨਾਥਾਂ ਵਿੱਚੋਂ ਭੋਲੇਨਾਥ ਤੇ ਗੁਰੂਆਂ ਵਿੱਚੋਂ ਗੋਰਖਨਾਥ। ਇਹ ਗੋਰਖਨਾਥ ਜੈਸਾ ਗੁਰੂ ਕੋਈ ਨਹੀਂ ਹੈ ਤੇ ਭੋਲੇਨਾਥ ਜੈਸਾ ਕੋਈ ਨਾਥ ਨਹੀਂ ਹੈ। ਨਵੇਂ ਨਾਥ 9 ਨਾਥ ਧਰਤੀ ਤੇ ਮੰਨੇ ਨੇ। ਕਹਿਣ ਲੱਗੇ ਗ੍ਰਸਤੀ ਕਦੀ ਗੁਰੂ ਨਹੀਂ ਹੋ ਸਕਦਾ, ਗ੍ਰਸਤੀ ਮੱਥਾ ਨਹੀਂ ਟਿਕਾ ਸਕਦਾ। ਤੇ ਤੁਸੀਂ ਮੱਥਾ ਕਿਉਂ ਟੇਕਦੇ ਹੋ? ਤੁਸੀਂ ਮੱਥਾ ਕਿਉਂ ਟਿਕਾਉਂਦੇ ਹੋ?
ਮੈਂ ਕਹਿ ਰਿਹਾ ਕਿ ਇਸ ਧਰਤੀ ਉੱਤੇ ਕਦੀ ਜੋਗੀਆਂ ਦਾ ਬੋਲਬਾਲਾ ਰਿਹਾ ਹੈ। ਮਹਾਰਾਜ ਕਹਿੰਦੇ ਦੇਵਤਿਆਂ ਦਰਸ਼ਨ ਕੇ ਤਾਈਂ ਦੁਖ ਭੂਖ ਤੀਰਥ ਕੀਏ। ਜਦੋਂ ਲੋਕਾਂ ਦੇ ਅੰਦਰ ਭੁੱਖ ਪੈਦਾ ਹੋ ਗਈ ਕਿ ਅਸੀਂ ਉਸ ਪਰਵਤਗਾਰ ਨੂੰ ਮਿਲਣਾ ਹੈ, ਤੇ ਰਾਜਿਆਂ ਨੇ ਰਾਜ ਛੱਡ ਦਿੱਤੇ, ਕਿਉਂਕਿ ਅੰਦਰ ਭੁੱਖ ਪੈਦਾ ਹੋ ਗਈ ਆ। ਦੇਵਤਿਆਂ ਦਰਸ਼ਨ ਕੇ ਤਾਈਂ ਦੁਖ ਭੂਖ ਤੀਰਥ ਕੀਏ। ਘਰ-ਬਾਰ ਛੱਡ ਦਿੱਤੇ, ਤੀਰਥਾਂ ਤੇ ਜਾ ਕੇ ਬਹਿ ਗਏ। ਤੇ ਤਾਈਓ ਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਕਿਹਾ ਤੀਰਥ ਨਹਾਈਏ ਸੁਖ ਫਲ ਪਾਈਏ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਧਿਆਨੋ, ਕੰਦ ਮੂਲ ਆਹਾਰੋ ਖਾਈਏ, ਔਧੂ ਬੋਲੇ ਗਿਆਨੇ। ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨ ਲਾਗੇ ਕਾਈ, ਗੋਰਖ ਪੂਤ ਲੋਹਾ ਰੀਪਾਂ ਬੋਲੇ, ਜੋਗ ਜੁਗਤ ਬਿਦ ਸਾਈ। ਜਦੋਂ ਇਸ ਧਰਤੀ ਦੇ ਅੰਦਰ ਹੁਣ ਤਾਂ ਲੋਕਾਂ ਦੇ ਮਨ ਦੇ ਅੰਦਰ ਇੱਕ ਧਨ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ। ਬੰਦੇ ਨੂੰ ਪਤਾ ਲੱਗ ਜਾਏ ਵੀ ਕਿਹੜੇ ਦੇਸ਼ ਵਿੱਚ ਵੱਧ ਧਨ ਮਿਲਦਾ ਹੈ, ਤੇ ਇਹ ਸਭ ਕੁਝ ਛੱਡ ਛਡਾ ਕੇ ਦੀਨ ਮਜ਼ਹਬ ਪਰਿਵਾਰ ਛੱਡ ਕੇ ਉਸ ਦੇਸ਼ ਨੂੰ ਤੁਰ ਜਾਂਦਾ। ਤੇ ਮਰ ਕਹਿੰਦੇ ਜਦੋਂ ਦੇਵਤਿਆਂ ਦਰਸ਼ਨ ਕੇ ਤਾਈਂ ਦੁਖ ਭੂਖ ਤੀਰਥ ਕੀਏ, जोगी जति जुगत में रहते, कर कर भगवें पेश पै, तौ कारण सहबा। ਜਦੋਂ ਤੈਨੂੰ ਮਿਲਣ ਦੀ ਇੱਛਾ ਜਾਗੀ ਤੇ ਰਾਜਿਆਂ ਨੇ ਰਾਜ ਛੱਡ ਦਿੱਤੇ। ਹੁਣ ਸਾਡੇ ਅੰਦਰ ਭੁੱਖ ਨਹੀਂ ਹੈ ਤਾਂ ਨਹੀਂ ਅਸੀਂ ਤਿਆਗ ਕਰਦੇ। ਜਦੋਂ ਰੱਬ ਦੀ ਪਿਆਸ ਜਾਗਦੀ ਹੈ ਤੇ ਰੱਬ ਦੀ ਪਿਆਸ ਵਿੱਚ ਸਭ ਕੁਝ ਦਾ ਤਿਆਗ ਕਰਾ ਦਿੰਦੀ ਹੈ। ਤੇ ਉਹ ਜੋਗੀ ਹੁਣ ਗੁਰੂ ਅੰਗਦ ਸਾਹਿਬ ਦੇ ਕੋਲ ਆਏ, ਕਹਿਣ ਲੱਗੇ ਜਿਸ ਗੁਰੂ ਨਾਨਕ ਨੇ ਵੱਡਿਆਂ ਵੱਡਿਆਂ ਜੋਗੀਆਂ ਨੂੰ ਕੰਨਾਂ ਤੋਂ ਫੜ ਕੇ ਘੁਮਾਇਆ ਹੋਵੇ, ਤੇ ਉਹ ਮੁੜ ਕੇ ਕਹਿਣ ਸਿੱਧ ਬੋਲਣ ਸੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਗੜ ਬਗਦਾਦ ਨਵਾਏ ਕੇ, ਮੱਕਾ ਮਦੀਨਾ ਸਭ ਨਵਾਇਆ, ਜਿੱਤੀ ਨਾਮਖੰਡ ਮੇਦਨੀ, ਸਤ ਨਾਮ ਦਾ ਚੱਕਰ ਫਰਾਇਆ। ਸਿੱਧ 84 ਮੰਡਲੀ, ਖਟ ਦਰਸ਼ਨ ਪਖੰਡ ਜਣਾਇਆ। ਜਿਹਨੇ ਵੱਡੇ ਵੱਡੇ ਜੋਗੀਆਂ ਨੂੰ ਆਖ ਦਿੱਤਾ ਤੁਸੀਂ ਪਖੰਡ ਦੇ ਚੱਕਰ 'ਚ ਫਿਰਦੇ ਹੋ, ਤੇ ਗੁਰੂ ਅੰਗਦ ਸਾਹਿਬ ਤੁਹਾਨੂੰ ਮੱਥਾ ਕਿਵੇਂ ਟੇਕਿਆ ਉਸ ਗੁਰੂ ਨਾਨਕ ਨੇ। ਕਹਿਣ ਲੱਗੇ ਤੁਸੀਂ ਆਪਣੇ ਜੋਗ ਦਾ ਹੰਕਾਰ ਕਰਦੇ ਹੋ, ਤੁਹਾਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਤਿਆਗ ਉੱਤੇ ਮਾਨ ਹੈ, ਤੇ ਗੁਰੂ ਕਾ ਸਿੱਖ ਕਿਸੇ ਚੀਜ਼ ਦਾ ਮਾਨ ਨਹੀਂ ਕਰਦਾ। ਮਨ ਤੁਮ ਮਤ ਮਾਣ ਕਰੇ, ਜੇ ਹੋਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। ਅਸੀਂ ਤਾਂ ਗੁਰੂ ਅੰਗਦ ਸਾਹਿਬ ਕਹਿੰਦੇ ਨਿਮਾਣੇ ਹੋ ਕੇ ਉਹਦੇ ਅੱਗੇ ਢਹਿ ਪਏ ਹੋਏ, ਨਿਮਾਣੀ ਢਹਿ ਪਈ। ਦੋ ਤਰੀਕੇ ਨੇ, ਇੱਕ ਮਿਹਨਤ ਵਾਲਾ, ਇੱਕ ਰਹਿਮਤ ਵਾਲਾ, ਇੱਕ ਸਾਧਨਾ ਵਾਲਾ, ਇੱਕ ਸ਼ਰਨ ਵਾਲਾ। ਤੁਸੀਂ ਕਿਹੜਾ ਅਪਣਾਉਂਦੇ? ਗੁਰੂ ਅੰਗਦ ਸਾਹਿਬ ਕਹਿੰਦੇ ਅਸੀਂ ਸ਼ਰਨ ਵਾਲਾ ਰਾਹ ਅਪਣਾਇਆ, ਤੁਸੀਂ ਸਾਧਨਾ ਵਾਲਾ ਅਪਣਾਇਆ। ਮੰਝ ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੇ ਰੋਏ, ਜਾਂ ਲੱਗ ਚਿੱਤ ਨਾ ਆਵੇ। ਤੁਸੀਂ ਸਾਧਨਾ ਵਿੱਚ ਲੀਨ ਹੋ ਗਏ ਤੇ ਅਸੀਂ ਸੇਵਾ ਨੂੰ ਸਮਰਪਿਤ ਹੋ ਗਏ। ਬਾਈ ਇੰਨਾ ਕੁ ਫਰਕ ਵਾ। ਤੁਹਾਨੂੰ ਆਪਣੀ ਸਾਧਨਾ ਦਾ ਮਾਣ ਹੋ ਗਿਆ ਤੇ ਅਸੀਂ ਸੇਵਾ ਕਰ ਕਰਕੇ ਉਸ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਗਏ। ਗੱਲ ਤਾਂ ਇੰਨੀ ਕੀ ਹੈ, ਗੱਲ ਤਾਂ ਕੋਈ ਵੱਡੀ ਨਹੀਂ ਹੈ।
ਸੋ ਤਪਾ ਜੇ ਇਹ ਤਪ ਘਾਲੇ, ਸਤਿਗੁਰੂ ਨੂੰ ਮਿਲੇ ਸ਼ਬਦ ਸਮਾਲੇ। ਸਤਿਗੁਰ ਕੀ ਸੇਵਾ ਇਹ ਤਪ ਪਰਵਾਨ। ਤੁਸੀਂ ਘੋਰ ਤਪੱਸਿਆ ਕਰਦੇ ਹੋ, ਅਸੀਂ ਸੇਵਾ ਕਰਦੇ ਹਾਂ। ਤੁਹਾਨੂੰ ਆਪਣੇ ਹੱਠ ਜਪ ਤਪ ਦਾ ਮਾਨ ਹੈ, ਅਸੀਂ ਸ਼ਰਨ ਵਿੱਚ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਮੈਂ ਕਹਿ ਰਿਹਾ ਸੀ, ਇਸ ਧਰਤੀ ਦੇ ਉੱਤੇ ਕਦੀ ਜੋਗ ਮਤ ਦਾ ਬੋਲ ਬਾਲਾ ਰਿਹਾ ਹੈ। ਭਰਥਰੀ ਨਾਥ ਵਰਗੇ ਵੱਡੇ ਵੱਡੇ ਰਾਜੇ ਰਾਜ ਛੱਡ ਕੇ ਤਪੱਸਿਆ ਕਰਨ ਲੱਗ ਪਏ। ਉਹਨਾਂ ਦੀ ਇੱਕ ਧਾਰਨਾ ਸੀ ਵੀ ਇੰਨਾ ਕੁਝ ਹੁੰਦਿਆਂ ਹੋਇਆਂ, ਇੰਨੇ ਮਹਿਲ ਮਾੜੀਆਂ ਹੁੰਦਿਆਂ ਹੋਇਆਂ, ਇੰਨੇ ਰਾਣੀਆਂ ਹੁੰਦਿਆਂ, ਪਦਾਰਥ ਰਾਣੀਆਂ ਹੁੰਦਿਆਂ ਹੋਇਆਂ, ਪਦਾਰਥ ਹੁੰਦਿਆਂ ਹੋਇਆਂ ਮਨ ਰੱਜਿਆ ਕਿਉਂ ਨਹੀਂ ਹੈ? ਰੱਜਿਆ ਕਿਉਂ ਨਹੀਂ? ਉਹਨਾਂ ਆਖਿਆ ਫਿਰ ਯੋਗ ਸਾਧਨਾ ਕਰੋ ਜੇ ਮਨ ਨੂੰ ਰਜਾਉਣਾ ਤਾਂ। ਉਹਨਾਂ ਸਾਰੀਆਂ ਸਾਧਨਾਵਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ। ਅੱਜ ਅਸੀਂ ਕਥਾ ਕਰਨੀ ਕਿ ਮੁੰਦਾ ਸੰਤੋਖ। ਉੱਦਾਂ ਜਿਹੜੀ ਸਾਡੀ ਕਰਮਵਾਰ ਜਿਹੜੀ ਇਹ ਕਥਾ ਬਣਦੀ ਸੀ, ਉਹ ਸੁਣਿਆ ਸਿੱਧ ਪੀਰ ਤੇ ਬਣਦੀ ਸੀ, ਪਰ ਇਹ ਵੱਖ-ਵੱਖ ਵਿਸ਼ਿਆਂ ਉੱਤੇ ਜਪਜੀ ਸਾਹਿਬ 'ਚ ਗੱਲ ਕੀਤੀ ਹੈ ਤੇ ਆਪਾਂ ਉਹਨਾਂ ਵੱਖ-ਵੱਖ ਵਿਸ਼ਿਆਂ ਨੂੰ ਛੋਹਣਾ ਹੈ। ਮਰ ਕਹਿੰਦੇ ਨਾ ਸਤ ਦੁਖੀਆ, ਤੁਸੀਂ ਘੋਰ ਤਪੱਸਿਆ ਕਰਕੇ, ਰੋਟੀ ਪਾਣੀ ਦਾ ਤਿਆਗ ਕਰਕੇ ਸਰੀਰ ਨੂੰ ਸੁਕਾ ਦਿੰਦੇ ਹੋ ਤੇ ਪਿੱਛੇ ਕਾਰਨ ਤੁਹਾਡੇ ਕਿ ਸਾਨੂੰ ਸਿੱਧੀ ਮਿਲੇ। ਜਿੱਦਾਂ ਗੁਰੂ ਰਾਮਦਾਸ ਨੇ ਅਚਰ ਚਰੇ ਤਾਂ ਸਿੱਧ ਹੋਈ। ਬੰਦਾ ਸਿੱਧ ਕਿੱਦਣ ਹੁੰਦਾ ਹੈ? ਅਚਰ ਚਰੇ, ਮਨ ਦਿਆਂ ਫੁਰਿਆਂ ਨੂੰ ਬੰਦਾ ਖਾ ਲਵੇ। ਜਿਹਨੂੰ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਣਕ। ਜਿਹੜੀਆਂ ਸਾਡੀਆਂ ਆਦਤਾਂ ਨੇ ਨਾ, ਉਹ ਸਾਡੇ ਮਨ ਦੀ ਮੱਤ ਵਾ। ਜਿੱਦਾਂ ਕਿਸ ਨੂੰ ਆਦਤ ਹੋਵੇ ਨਸ਼ੇ ਦੀ, ਜਾਂ ਹੋਰ ਸੈਂਕੜੇ ਆਦਤਾਂ, ਵੱਖੋ ਵੱਖਰੀਆਂ ਬੰਦਿਆਂ ਨੂੰ ਆਦਤਾਂ ਵੱਖੋ ਵੱਖਰੀਆਂ ਹੁੰਦੀਆਂ ਨੇ। ਉਹ ਜਿਹੜੀਆਂ ਸਾਡੀਆਂ ਆਦਤਾਵਾਂ ਨੇ, ਉਹ ਮਨ ਦੀ ਮੱਤ ਵਾ। ਆਦਤਾਂ ਨੂੰ ਮਹਾਂਪੁਰਖਾਂ ਨੇ ਆਖਿਆ ਵੀ ਇਹ ਮਨ ਦੀ ਮੱਤ ਵਾ, ਤੇ ਮਨ ਕੀ ਮੱਤ ਤਿਆਗੋ ਹਰਜਨ ਇਹਾ ਬਾਤ ਕਠੈਨੀ। ਆਦਤਾਂ ਨੂੰ ਛੱਡਣਾ ਬਹੁਤ ਮੁਸ਼ਕਿਲ ਗੱਲ ਹੈ। ਜਿੱਦਾਂ ਕਹਿੰਦੇ ਨੇ ਕਿ ਆਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਬੰਦਾ ਮਰਨੀ ਮਰ ਜਾਂਦਾ, ਨਸ਼ੇ ਦਾ ਤਿਆਗ ਨਹੀਂ ਕਰਦਾ। ਬੰਦਾ ਉਜੜ ਜਾਂਦਾ, ਘਰ-ਬਾਰ ਉਜਾੜ ਦਿੰਦਾ, ਪਰ ਨਸ਼ੇ ਦਾ ਤਿਆਗ ਨਹੀਂ ਕਰਦਾ। ਕਿਉਂ? ਇਹ ਮਨ ਦੀ ਮੱਤ ਵਾ। ਆਦਤ ਪੈ ਲੱਗ ਗਈ। ਆਦਤਾਂ ਨੂੰ ਮੱਤ ਕਹਿੰਦੇ ਨੇ। ਮਰ ਕਹਿੰਦੇ ਅਚਰ ਚਰੇ ਤਾਂ ਸਿੱਧ ਹੋਈ। ਜਿਹੜੇ ਅੰਦਰੋਂ ਫੁਰਨੇ ਆ ਰਹੇ ਆ ਨਾ ਸਾਡੇ, ਇਹਨੂੰ ਮੱਤ ਦੀ ਬੁੱਧ ਕਹਿੰਦੇ ਨੇ, ਬੁੱਧੀ ਕਹਿੰਦੇ। ਮਰ ਕਹਿੰਦੇ ਇਹ ਅੰਦਰੋਂ ਜਿਹੜੇ ਫੁਰਨੇ ਆ ਰਹੇ ਨੇ ਅਚਰ ਚਰੇ, ਇਹ ਚਰਤ ਨਹੀਂ ਕੋ ਸਕਦਾ, ਇਹ ਖਾਤ ਨਹੀਂ ਕੋ ਸਕਦਾ, ਪਰ ਜਿਹੜੇ ਅੰਦਰੋਂ ਫੁਰਨੇ ਉੱਠ ਰਹੇ ਨੇ ਸਾਡੇ 24 ਘੰਟੇ, ਜਿਸ ਦਿਨ ਇਹ ਰੁਕ ਜਾਣਗੇ, ਅਚਰ ਚਰੇ ਤਾਂ ਸਿੱਧ ਹੋਈ। ਉਸ ਦਿਨ ਬੰਦਾ ਸਿੱਧ ਹੋ ਜਾਂਦਾ ਹੈ। ਉਹਦੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਆ ਜਾਂਦੀਆਂ ਨੇ। ਤੇ ਸਿੱਧੀ ਤੇ ਬੁੱਧ ਪਾਈ। ਜਿੱਦਣ ਬੰਦੇ ਦੇ ਫੁਰਨੇ ਰੁਕ ਜਾਂਦੇ ਆ। ਅਬ ਫੁਰਨੇ ਰੁਕਦੇ ਨਹੀਂ, ਬੜੀ ਮੁਸ਼ਕਿਲ ਬਾਤ ਹੈ। ਤੇ ਰੋਕਣ ਦੀ ਕੋਸ਼ਿਸ਼ ਵੀ ਨਾ ਕਰਨੀ। ਜੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ, ਫੁਰਨੇ ਰੁਕਣੇ ਨਹੀਂ ਹੈ। ਬਸ ਤੁਸੀਂ ਸਾਧਨਾ ਕਰੀ ਜੋ, ਧਿਆਨ ਸਾਧਨਾ ਬੈਠ ਕੇ ਕਰੋ। ਇਸ ਤਰ੍ਹਾਂ ਮੰਤਰ ਜਾਪ ਕਰਨਾ ਤਾਂ ਵੀ ਕਰ ਲਓ। ਇਹ ਫੁਰਨੇ ਆਪਣੇ ਆਪ ਅੰਦਰੋਂ ਨਿਕਲਦੇ ਜਾਣਗੇ।
ਇਹ ਨਿਕਲਨੇ। ਚਲ ਖੈਰ ਇਹ ਲੰਮਾ ਵਿਸ਼ਾ। ਪਰ ਕਹਿੰਦੇ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਫਿਰ ਬੰਦਾ ਜਦੋਂ ਸਿੱਧ ਹੋ ਜਾਂਦਾ ਹੈ ਤੇ ਅੰਦਰ ਪੂਰਨ ਤੌਰ ਤੇ ਬੰਦਾ ਜਾਗ ਜਾਂਦਾ ਹੈ। ਜਿਹਨੂੰ ਕਹਿੰਦੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਉਹਦੀ ਅੰਦਰ ਦੀ ਇੱਕ ਸੁੰਦਰ ਘਾੜਤ ਘੜੀ ਜਾਂਦੀ ਹੈ। ਮਰ ਕਹਿੰਦੇ ਨਾ ਸਤ ਦੁਖੀਆ। ਤੁਸੀਂ ਆਪਣੇ ਆਪ ਨੂੰ ਇੰਨਾ ਦੁੱਖ ਦਿੰਦੇ ਹੋ, ਭੁੱਖਾਂ ਤ੍ਰਿਆਂ ਕੱਟਦੇ ਹੋ, ਇਦਾਂ ਤੇ ਸਿੱਧੀ ਮਿਲਣੀ ਨਹੀਂ। ਨਾ ਸਤ ਸੁਖੀਆ। ਤੇ ਜਿਹੜੇ ਲੋਕੀ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਨੇ, ਖਾਂਦੇ ਪੀਂਦੇ ਮੌਜਾਂ ਕਰਦੇ ਨੇ, ਇਦਾਂ ਵੀ ਸਿੱਧੀ ਨਹੀਂ ਮਿਲਦੀ। ਜੇ ਜੋਗੀ ਆਪਣੇ ਆਪ ਨੂੰ ਦੁਖੀ ਕਰਦੇ ਨੇ ਤੇ ਜਿਹੜੇ ਆਰਾਮ ਦੀ ਜ਼ਿੰਦਗੀ ਕੱਟਦੇ ਨੇ ਉਹਨਾਂ ਨੂੰ ਕੋਈ ਸਿੱਧੀ ਮਿਲੀ ਆ? ਸਾਹਿਬ ਕਹਿੰਦੇ ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੇ। ਕੁਝ ਸਿੱਧ ਲੋਕ ਨੇ ਜਿਹੜੇ ਪਾਣੀ 'ਚ ਬੈਠ ਕੇ ਤਪੱਸਿਆ ਕਰਦੇ ਨੇ। ਕਰਨੀ ਚਾਹੀਦੀ ਆ, ਕਿਉਂਕਿ ਜਦੋਂ ਬੰਦੇ ਨੇ ਸਿਮਰਨ ਕਰਨਾ ਸਭ ਤੋਂ ਵੱਧ ਇਹਨੂੰ ਦਲਿੱਦਰ ਪੈਣਾ ਹੈ, ਤੇ ਦਲਿੱਦਰ ਪਾਣੀ ਤੋਂ ਬਿਨਾਂ ਦੂਰ ਹੋਣਾ ਨਹੀਂਗਾ। ਜੇ ਕਹਿ ਲੋ ਕਿ ਦਲਿੱਦਰ ਦੀ ਦਵਾਈ ਕਿਹੜੀ ਆ? ਦਲਿੱਦਰ ਦੀ ਦਵਾਈ ਪਾਣੀ ਆ। ਨੀਂਦ ਆਉਂਦੀ ਆ, ਦਲਿੱਦਰ ਆਉਂਦਾ, ਪਾਣੀ 'ਚ ਬਹਿ ਜਾਓ। ਮਨ ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੇ, ਨਾ ਸਤ ਮੂੰਡ ਮਡਾਈ ਕੇਸੀ। ਕੋਈ ਉਹ ਵੀ ਲੋਕ ਨੇ ਜਿਹੜੇ ਆਪਣੇ ਮੂੰਹ ਸਿਰ ਮਨਾ ਲੈਂਦੇ ਨੇ, ਕਹਿੰਦੇ ਮੂੰਹ ਸਿਰ ਮਨਾ ਕੇ ਅਸੀਂ ਵੱਡੇ ਯੋਗੀ ਹੋ ਗਏ। ਉਹ ਵੀ ਲੋਕ ਨੇ ਜਿਹੜੇ ਕਹਿੰਦੇ ਸਾਡੀਆਂ ਵੱਡੀਆਂ ਜਟਾਵਾਂ ਹੋ ਗਈਆਂ ਤੇ ਤਾਂ ਅਸੀਂ ਵੱਡੇ ਯੋਗੀ ਹਾਂ, ਤੇ ਕੁਝ ਕਹਿੰਦੇ ਅਸੀਂ ਮੂੰਹ ਸਿਰ ਮਨਾ ਛੱਡਿਆ ਤਾਂ ਅਸੀਂ ਯੋਗੀ। ਮਰ ਕਹਿੰਦੇ ਇਹ ਦੋਵੇਂ ਤਰ੍ਹਾਂ ਨਹੀਂ ਗੱਲ ਬਣਨੀ। ਨਾ ਸਤ ਮੂਡ ਮਡਾਈ ਕੇਸੀ, ਨਾ ਸਤ ਪੜ੍ਹਿਆ ਦੇਸ ਫਿਰੇ। ਤੇ ਦੇਸ਼ ਦਸੰਤਰਾਂ ਦਾ ਰਟਨ ਕਰਨ ਤੇ ਧਰਮ ਗ੍ਰੰਥਾਂ ਨੂੰ ਪੜ੍ਹਨ ਨਾਲ ਵੀ ਕੋਈ ਸਿੱਧੀ ਨਹੀਂ ਪ੍ਰਾਪਤ ਹੁੰਦੀ ਆ। ਜਿਨ੍ਹਾਂ ਨੇ ਸਾਰੇ ਗ੍ਰੰਥ ਪੜ੍ਹੇ ਨੇ, ਪੁੱਛ ਲੈਣਾ ਕੋਈ ਸਿੱਧੀ ਮਿਲੀ ਜ਼ਿੰਦਗੀ 'ਚ? ਕੱਖ ਵੀ ਨਹੀਂ ਮਿਲਿਆ। ਜਿੱਦਾਂ ਉਹ ਬਚਨ ਮਹਾਰਾਜ ਦਾ ਆਉਂਦਾ ਇੱਕ ਕਿ ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਭਸਮ ਲਗਾਈਏ, ਜੋਗ ਨ ਤੀਰ ਬਾਰ ਮੜੀ ਮਸਾਣੀ, ਜੋਗ ਨ ਤਾੜੀ ਲਾਈਏ, ਜੋਗ ਨ ਦੇਸ਼ ਦਸੰਤਰ ਭਵੈ, ਜੋਗ ਨ ਤੀਰਥ ਨਾਈਏ। ਬਾਰ-ਬਾਰ ਜੋਗੀ ਤੀਰਥਾਂ ਦਾ ਜ਼ਿਕਰ ਕਰਦੇ ਨੇ ਤੇ ਬਾਰ-ਬਾਰ ਗੁਰੂ ਨਾਨਕ ਸਾਹਿਬ ਉਸ ਤੀਰਥਾਂ ਦਾ ਖੰਡਨ ਕਰਦੇ ਨੇ। ਉਹ ਤੀਰਥਾਂ ਦੇ ਨਹਾਉਣ ਦਾ ਆਪਣਾ ਪੱਖ ਰੱਖਦੇ ਨੇ। ਸਾਹਿਬ ਕਹਿੰਦੇ ਜੋਗ ਨ ਤੀਰਥ ਨਹਾਈਏ। ਏਦਾਂ ਥੋੜਾ ਜੁੜਿਆ ਜਾਣਾ ਤੀਰਥਾਂ ਤੇ ਨਾਤਿਆਂ। ਨਾ ਨਾ ਨਾ। ਨਾ ਸਤ ਪਾਣੀ ਜੰਤ ਫਿਰੇ, ਨਾ ਸਤ ਮੂੰਡ ਮਡਾਈ ਕੇਸੀ, ਨਾ ਸਤ ਪੜ੍ਹਿਆ ਦੇਸ ਫਿਰੇ, ਨਾ ਸਤ ਗਾਈ, ਨਾ ਸਤ ਰੁੱਖੀ ਬਿਰਖੀ। ਜੇ ਤੁਸੀਂ ਕਹਿੰਦੇ ਹੋ ਵੀ ਉਮਰ ਵੱਡੀ ਕਰ ਲਈਏ, ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਮਰ ਕੇ ਨਾ ਸਤ ਰੁੱਖੀ ਬਿਰਖੀ, ਨਾ ਸਤ ਰੁੱਖੀ ਬਿਰਖੀ, ਪੱਥਰ ਆਪ ਤਸ਼ਾਵੇ ਦੁੱਖ ਸਹਿ। ਤੇ ਜੇ ਜੁਗ ਚਾਰੇ ਆਰਜਾਂ ਵੱਡੀ ਉਮਰ ਨਾਲ ਜੋਗ ਮਿਲਦਾ ਹੁੰਦਾ ਤੇ ਰੁੱਖ ਤੇ ਬਿਰਖ ਤੇ ਪੱਥਰ ਤੇ ਬੜੇ ਪੁਰਾਣੀਆਂ ਉਮਰਾਂ ਭੋਗਣਦਾ ਨੇ। ਰੁੱਖਾਂ ਦੀ ਵੀ ਉਮਰ ਵਾ, ਹਜ਼ਾਰਾਂ ਸਾਲ ਉਮਰ ਹੈ। ਜਿਨ੍ਹਾਂ ਰੁੱਖਾਂ ਥੱਲੇ ਸਾਡੇ ਗੁਰੂ ਸਾਹਿਬਾਨ ਬੈਠੇ ਨੇ, ਰੁੱਖ ਅਜੇ ਤੱਕ ਨੇ, ਤੇ ਉਸ ਤੋਂ ਵੀ ਕਈ 100 ਸਾਲ ਪਹਿਲਾਂ ਦੇ ਉਹ ਰੁੱਖ ਨੇ। ਤੇ ਮਾਰਨ ਦੇ ਵੱਡੀ ਉਮਰ ਕੀਤਿਆਂ ਜੇ ਜੁਗ ਚਾਰੇ ਆਰਜਾਂ 'ਚ ਉਮਰ ਵੱਡੀ ਕਰ ਲਾਂਗੇ ਤੇ ਫਿਰ ਕੀ ਹੋਣਾ ਹੈ? ਜੋਗ ਤਾਂ ਹੋਣਾ ਹੀ ਨਹੀਂ। ਤੇ ਜਦ ਜੋਗ ਨਹੀਂ ਹੋਣਾ ਫਿਰ ਵੱਡੀ ਉਮਰ 'ਚੋਂ ਲੈਣਾ ਕੀ ਹੈ? ਨਾ ਸਤ ਰੁੱਖੀ ਬਿਰਖੀ, ਪੱਥਰ ਆਪ ਤਸ਼ਾਵੇ ਦੁੱਖ ਸਹੇ, ਨਾ ਸਤ
ਨਾ ਸਤ ਸੰਗਲ ਬੱਧੇ ਹਸਤੀ। ਇਹ ਜੋਗੀ ਕੀ ਕਰਦੇ, ਆਪਣੇ ਆਪ ਨੂੰ ਸੰਗਲਾਂ ਨਾਲ ਬੰਨ੍ਹ ਲੈਂਦੇ ਆ, ਤੇ ਸੰਗਲਾਂ ਨਾਲ ਬੰਨ੍ਹ ਕੇ ਤੇ ਪੁੱਠਿਆਂ ਲਟਕ ਕੇ ਤਪੱਸਿਆ ਕਰਨੀ। ਜਿੱਦਾਂ ਕੋਈ ਕਿਸੇ ਮਹਾਂਪੁਰਖ ਕੋ ਗਿਆ ਤੇ ਕਹਿੰਦਾ ਬਾਬਾ ਜੀ ਕੋਈ ਸਾਡੇ ਤੇ ਵੀ ਕਿਰਪਾ ਕਰ ਦਿਓ, ਕਿਤੇ ਸਾਡਾ ਵੀ ਚਿੱਤ ਬਾਣੀ ਨਾ ਲੱਗ ਜੇ, ਕਿਤੇ ਸਾਡਾ ਵੀ ਮਨ ਜੁੜ ਜੇ, ਕੋਈ ਕਿਰਪਾ ਕਰੋ। ਮਹਾਂਪੁਰਖ ਕਹਿਣਗੇ ਕਿਰਪਾ ਹੋ ਜੂਗੀ, ਕੋਈ ਵੱਡੀ ਗੱਲ ਨਹੀਂ ਹੈ। ਤੇ ਉਹ ਮਹਾਂਪੁਰਖ ਕਹਿਣ ਲੱਗੇ ਵੀ ਇਹਦੇ ਹੱਥ ਵੀ ਬੰਨ੍ਹ ਦਿਓ ਤੇ ਪੈਰ ਵੀ ਬੰਨ੍ਹ ਦਿਓ। ਰੋਜ਼ ਸਵੇਰੇ ਹੱਥ ਪੈਰ ਬੰਨ੍ਹ ਦਿੰਦੇ, ਸ਼ਾਮਾਂ ਨੂੰ ਖੋਲ੍ਹਣੇ ਇਹਦੇ ਹੱਥ ਪੈਰ। ਜਦੋਂ ਬੰਨੇ ਤੇ ਅਜੇ ਥੋੜ੍ਹੇ ਘੰਟੇ ਹੋਏ ਬੱਜੇ ਨੂੰ ਤੇ ਮਾਰੇ ਚਾਂਗਰਾਂ ਕਿ ਮੈਨੂੰ ਛੱਡ ਦਿਓ। ਕਹਿਣ ਲੱਗੇ ਤੂੰ ਤਾਂ ਕਹਿੰਦਾ ਮੈਂ ਰੱਬ ਨੂੰ ਮਿਲਣਾ ਤੇ ਐਡੀ ਛੇਤੀ ਹੁਣ ਕਾਹਲਾ ਪੈ ਗਿਆ। ਕਹਿੰਦੇ ਇਹ ਕਿਹੜਾ ਤਰੀਕਾ, ਹੱਥ ਪੈਰ ਬੰਨ੍ਹ ਕੇ ਮੈਨੂੰ ਤੁਸੀਂ ਪਰਾਂ ਰੱਖ ਛੱਡਿਆ। ਕਹਿਣ ਲੱਗੇ ਤੇਰੇ ਹੱਥ ਵੀ ਬੜੇ ਚੱਲਦੇ ਆ ਤੇ ਤੇਰੇ ਪੈਰ ਵੀ ਬੜੇ ਚੱਲਦੇ, ਜਿੰਨਾ ਚਿਰ ਦੋਵੇਂ ਨਾ ਰੁਕੇ ਉਹਨਾਂ ਚਿਰ ਮਿਲ ਨਹੀਂ ਹੋਣਾ, ਤੇ ਇਹ ਤੈਨੂੰ ਬੰਨਣਾ ਪੈਣਾ 40 ਦਿਨ ਸਾਨੂੰ। ਤੂੰ ਭੱਜਦਾ ਬੜਾ ਵਾ, ਨਾ ਤੇਰੇ ਹੱਥ ਖਲੋਤੇ ਰਹਿੰਦੇ ਆ ਤੇ ਨਾ ਤੇਰੇ ਪੈਰ ਖਲੋਂਦੇ ਆ, ਤੇ ਤੈਨੂੰ 40 ਦਿਨ ਹੁਣ ਤੇਰੇ ਹੱਥ ਵੀ ਬੰਨ੍ਹ ਕੇ ਰੱਖਣੇ ਤੇ 40 ਦਿਨ ਤੇਰੇ ਪੈਰ ਵੀ ਬੰਨ੍ਹ ਕੇ ਰੱਖਣੇ, ਤੇ ਫੇਰ ਮਿਲਣ ਕਰੂੰਗਾ ਹੋਊ ਤੈਨੂੰ। ਕਹਿੰਦਾ ਇੱਕ ਵਾਰੀ ਮੈਨੂੰ ਖੋਲ ਦਿਓ, ਮੁੜ ਕੇ ਨਹੀਂ ਮੈਂ ਤੁਹਾਡੇ ਕੋਲ ਆਉਂਦਾ। ਤੇ ਇਹ ਜੋਗੀ ਲੋਕ ਕੀ ਕਰਦੇ ਸੀ, ਨਾ ਸਤ ਹਸਤੀ ਬੱਧੇ ਸੰਗਲ। ਇਹ ਆਪਣੇ ਆਪਣੇ ਸੰਗਲਾਂ ਨਾਲ ਬੰਨ੍ਹ ਕੇ ਤੇ ਰੁੱਖਾਂ ਨਾਲ ਬੰਨ੍ਹ ਲੈਣਾ ਤੇ ਤਪੱਸਿਆ ਕਰਨੀ। ਇਹ ਕੰਮ ਕੋਈ ਸੌਖਾ ਨਹੀਂ ਸੀ, ਪਰ ਮਹਾਰਾਜ ਕਹਿੰਦੇ ਠੀਕ ਆ, ਕੰਮ ਸੌਖਾ ਨਹੀਂ ਹੈ, ਤੁਸੀਂ ਬਹੁਤ ਕਠਿਨ ਤਪੱਸਿਆ ਕਰਦੇ ਹੋ, ਸੌਖਾ ਕੰਮ ਨਹੀਂ ਹੈ, ਪਰ ਇਸ ਤਰ੍ਹਾਂ ਕੁਝ ਹੋਣਾ ਨਹੀਂ ਹੈ। ਗੱਲ ਇਹ ਹੈ, ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਹ ਚਰੇ। ਤੇ ਤੁਸੀਂ ਕਹਿੰਦੇ ਅਸੀਂ ਘਾਹ ਫੂਸ ਖਾ ਕੇ ਆਪਣਾ ਗੁਜ਼ਾਰਾ ਕਰਦੇ, ਕੰਧ ਮੂਲ ਆਹਾਰੋ ਖਾਈਏ, ਔਦੂ ਬੋਲੇ ਗਿਆਨੇ, ਤੀਰਥ ਨਾਈਏ ਸੁਖ ਫਲ ਪਾਈਏ। ਹਾਟੀ ਬਾਟੀ ਰਹੇ ਨਿਰਾਲੇ। ਅਸੀਂ ਨਹੀਂ ਹੱਟੀਆਂ ਬੱਟੀਆਂ ਤੇ ਜਾਂਦੇ, ਹੱਟੀਆਂ ਬੱਟੀਆਂ ਤੋਂ ਸ਼ਹਿਰਾਂ ਤੋਂ ਦੂਰ ਰਹਿੰਦੇ ਆ, ਜੰਗਲਾਂ 'ਚ ਰਹਿੰਦੇ ਆ, ਰੁੱਖਾਂ ਥੱਲੇ ਰਹਿੰਦੇ ਆ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਏ, ਔਦੂ ਬੋਲੇ ਗਿਆਨ। ਅਸੀਂ ਨਹੀਂ ਕੋਈ ਬਹੁਤੇ ਪਦਾਰਥ ਛਕਦੇ, ਬਸ ਮਿੱਟੀ ਵਿੱਚੋਂ ਜਿਹੜੀਆਂ ਗਾਜਰਾਂ ਮਿਲ ਜਾਂਦੀਆਂ ਨੇ, ਗੋਂਗਲੂ ਮਿਲ ਜਾਂਦੇ ਨੇ, ਕੋਈ ਕੰਧ ਮੂਲ, ਇੱਕ ਜਿਸ ਤਰ੍ਹਾਂ ਦੀ ਗਾਜਰ ਹੁੰਦੀ ਹੈ ਨਾ, ਇੱਕ ਕੰਧ ਮੂਲ ਹੁੰਦਾ, ਬਹੁਤ ਮੋਟਾ ਹੁੰਦਾ ਹੈ, ਉਹ ਧਰਤੀ ਵਿੱਚ ਆਲੂਆਂ ਵਾਂਗੂ ਹੁੰਦਾ ਹੈ, ਉਸ ਨੂੰ ਪੁੱਟ ਕੇ ਜੋਗੀ ਖਾ ਲੈਂਦੇ। ਮਰ ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਹ ਚਰੇ। ਜੇ ਤੁਹਾਨੂੰ ਘਾਹ ਖਾਣ ਨਾਲ ਹੀ ਰੱਬ ਮਿਲਦਾ ਤੇ ਗਾਂ ਤੇ ਵਿਚਾਰੀ ਖਾਂਦੀ ਘਾਹ ਵਾ। ਫਿਰ ਜੋਗੀ ਕਹਿਣ ਲੱਗੇ ਫਿਰ ਕਿਸ ਤਰ੍ਹਾਂ ਮਿਲਦਾ ਹੈ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਹੱਥ ਸਿੱਧ ਸਭ ਨਿਦਾਨ 10 ਅਸ਼ਟ ਸਿਧਾਨ, ਠਾਕਰ ਕਰ ਤਲ ਧਰਿਆ। ਇਹ ਸਾਰੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਮਾਲਕ ਤੇ ਪਰਮੇਸ਼ਰ ਵਾ। ਸਭ ਨਿਧਾਨ, ਦੁਨੀਆ ਦੇ ਸਾਰੇ ਖਜ਼ਾਨੇ, 10 ਅਸ਼ਟ ਸਿਧਾਨ, 18 ਸਿੱਧੀਆਂ ਜਿਹੜੀਆਂ ਨੇ, ਠਾਕਰ ਉਸ ਰੱਬ ਦੇ ਕਰ ਹੱਥਾਂ ਦੇ ਉੱਤੇ ਰੱਖੀਆਂ, ਉਹਨੇ ਹੱਥ ਤੇ ਰੱਖੀਆਂ ਹੋਈਆਂ ਨੇ। ਠਾਕਰ ਕਰ ਤਲ ਧਰਿਆ। ਮਰਗ ਜਿਸ ਹੱਥ ਸਿੱਧ ਦੇਵੇ ਜੇ ਸੋਈ। ਇਹ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਜੇਤਾ ਕੀ ਹੁਕਮੀ ਹੋਣ, ਆਕਾਰ ਉਹਦੇ ਹੁਕਮ ਨਾਲ ਆਕਾਰ ਹੋਇਆ, ਤੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਸਾਰੀਆਂ ਉਹਦੇ ਹੁਕਮ 'ਚ ਖਲੋਤੀਆਂ ਹੋਈਆਂ ਨੇ। ਹੁਕਮੇ ਅੰਦਰ ਸਭ ਕੋ ਆ, ਬਾਹਰ ਹੁਕਮ ਨਾ ਕੋਏ। ਮਰ ਗਏ ਜਿਸ ਹੱਥ ਸਿੱਧ ਦੇਵੇ ਜੇ ਸੋਈ।
ਪਰਮੇਸ਼ਰ ਚਾਹਵੇ ਤੇ ਉਹ ਜਿਹਨੂੰ ਮਰਜ਼ੀ ਦੇ ਦੇਵੇ। ਜਿੱਦਾਂ ਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾ ਲੈਣ। ਤਪੱਸਿਆ ਕਰਨ ਵਾਲੇ, ਵੱਡੀਆਂ ਵੱਡੀਆਂ ਘਾਲਣਾ ਕਰਨ ਵਾਲੇ, ਘਾਲਣ ਵਾਲੇ ਵੀ ਨਹੀਂ ਲੈ ਸਕਦੇ ਕੁਛ ਉਹਦੇ ਕੋਲੋਂ। ਕਿਉਂ? ਉਹਦੀਆਂ ਆਪਣੀਆਂ ਦਾਤਾਂ ਨੇ, ਤੁਹਾਡੀ ਆਪਣੀਆਂ ਸਾਧਨਾਵਾਂ ਨੇ। ਜਦੋਂ ਵੀ ਉਹਨੇ ਦੇਣਾ ਵਾ, ਪ੍ਰਸੰਨ ਹੋ ਕੇ ਦੇਣਾ ਵਾ, ਖੁਸ਼ ਹੋ ਕੇ ਦੇਣਾ ਵਾ। ਤੁਹਾਡੀ ਤੁਸੀਂ ਮਿਹਨਤ ਨਾਲ ਨਹੀਂ ਲੈ ਸਕਦੇ। ਹਾਂ, ਮਿਹਨਤ ਨਾਲ ਉਹਨੂੰ ਖੁਸ਼ ਕਰ ਸਕਦੇ ਹੋ, ਲੈ ਨਹੀਂ ਸਕਦੇ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾ ਲੈਣ। ਇੱਕ ਨਾ ਸੁੱਤਿਆਂ ਦੇ ਉਠਾਲ। ਜਿੱਤੇ ਪ੍ਰਸੰਨ ਹੋ ਜਾਂਦਾ, ਸੁੱਤੇ ਨੂੰ ਕਹਿੰਦਾ ਉੱਠ ਭਾਈ ਤੇ ਲੈ ਲਾ, ਤੇ ਜਿਹੜਾ ਜਾਗਦਾ ਨੂੰ ਕਹਿ ਰਿਹਾ ਦੇ ਦੇ, ਉਹਨੂੰ ਦਿੰਦਾ ਨਹੀਂ ਹੈ। ਉਹਦੀ ਆਪਣੀ ਮਰਜ਼ੀ ਹੈ। ਆਖੇ ਮੰਗੇ ਦੇ ਦੇ, ਦਾਤ ਕਰੇ ਦਤਾਰ। ਮਾਰਗ ਜਿਸ ਹੱਥ ਸਿੱਧ ਦੇਵੇ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੇ। ਨਾਨਕ ਤਾਂ ਕੋ ਮਿਲੇ ਵਡਾਈ। ਇੱਕ ਤੇ ਤੁਸੀਂ ਰਿੱਧੀਆਂ ਸਿੱਧੀਆਂ ਤੇ ਉਮਰਾਂ ਵੱਡੀਆਂ ਕਰਕੇ ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ, ਦੁਨੀਆ ਨੂੰ ਮਗਰ ਲਾ ਲੈਂਦੇ ਹੋ। ਤੇ ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ। ਤੁਸੀਂ ਲੋਕਾਂ ਕੋ ਆਪਣੀ ਸੋਭਾ ਕਰਾਉਂਦੇ ਹੋ, ਜਸ ਕਰਾਉਂਦੇ ਹੋ। ਮਰਗ ਤੇ ਦੂਸਰਾ ਮਾਰਗ ਆ ਨਾਨਕ ਤਿਸ ਕੋ, ਨਾਨਕ ਤਾਂ ਕੋ ਮਿਲੇ ਵਡਾਈ। ਇੱਕ ਤੇ ਤੁਹਾਨੂੰ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਨਾਲ ਵਡਿਆਈਆਂ ਮਿਲਣੀਆਂ ਨੇ, ਤੇ ਉਮਰਾਂ ਵੱਡੀਆਂ ਕਰਕੇ ਜੇ ਜੁਗ ਚਾਰੇ ਆਰਜਾਂ ਕਰਕੇ ਮਿਲਣੀਆਂ ਨੇ। ਨਾਨਕ ਤੇ ਦੂਸਰਾ ਮਾਰਗ ਹੈ ਨਾਨਕ ਤਾਂ ਕੋ ਮਿਲੇ ਵਡਾਈ, ਜਿਸ ਘਟ ਭੀਤਰ ਸ਼ਬਦ ਰਵੇ। ਜਿੱਥੇ ਸ਼ਬਦ ਨੇ ਵਾਸਾ ਕਰ ਲਿਆ, ਤੁਹਾਡੇ ਅੰਦਰ ਤੇ ਰਿੱਧੀਆਂ ਸਿੱਧੀਆਂ ਜਾਗ ਪਈਆਂ, ਤੇ ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਨਾਲ ਉਮਰ ਵੱਡੀ ਕਰਕੇ ਤੇ ਤੁਹਾਨੂੰ ਲੋਕਾਂ ਨੇ ਵਡਿਆਇਆ ਵਾ। ਤੇ ਦੂਸਰਾ ਪੱਖ ਆ ਕਿ ਨਾਨਕ ਤਾਂ ਕੋ ਮਿਲੇ ਵਡਾਈ। ਜੇ ਤੁਹਾਨੂੰ ਵਡਿਆਈ ਮਿਲਦੀ ਆ ਜੇ ਜੁਗ ਚਾਰੇ ਆਰਜਾਂ ਉਮਰ ਵੱਡੀ ਕਰਕੇ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈਂਦੇ ਜੇ ਤੁਸੀਂ ਜਗ ਤੇ ਮਰ ਕਹਿੰਦੇ ਫਿਰ ਗੁਰੂ ਕੇ ਸਿੱਖ ਵੀ ਜਿਹੜੇ ਗੁਰੂ ਕੀ ਸੇਵਾ ਕਰਕੇ ਤੇ ਗੁਰੂ ਦੇ ਸ਼ਬਦ ਨੂੰ ਜਪ ਕੇ, ਉਹਨਾਂ ਨੂੰ ਵੀ ਰੱਬ ਮਾਣ ਬਖਸ਼ਦਾ ਹੈ। ਨਾਨਕ ਤਾਂ ਕੋ ਮਿਲੇ ਵਡਾਈ, ਜਿਸ ਘਟ ਪੀਤਰ ਸ਼ਬਦ ਰਵੇ। ਜਿਨ੍ਹਾਂ ਦੇ ਅੰਦਰ ਸ਼ਬਦ ਨੇ ਵਾਸਾ ਕੀਤਾ ਹੋਇਆ, ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ। ਤੇ ਮਹਾਰਾਜ ਇਹ ਹੁਣ ਜੋਗੀ ਆਪਣਾ ਪੱਖ ਰੱਖਣ ਦਾ ਨੇ, ਤੇ ਉਹ ਕਹਿੰਦੇ ਸਾਡੇ ਮੱਤ ਵਿੱਚ ਆ ਜਾਓ ਤੇ ਅਸੀਂ ਤੁਹਾਨੂੰ ਦਰਸ਼ਨ ਭੇਖ ਕਰੋ ਜੋਗਿੰਦਰਾ। ਅਸੀਂ ਤੁਹਾਨੂੰ ਨਾਥਾਂ ਦਾ ਨਾਥ ਬਣਾ ਦਿਆਂਗੇ, ਜੋਗੀਆਂ ਦਾ ਜੋਗਿੰਦਰਾ ਬਣਾ ਦਿਆਂਗੇ, ਆਪਣਾ ਜਥੇਦਾਰ ਬਣਾ ਦਿਆਂਗੇ। ਤੁਹਾਡੇ ਕੋਲ ਗਿਆਨ ਬੜਾ ਹੈ, ਤੁਹਾਡੇ ਕੋਲ ਸਮਝ ਬੜੀ ਹੈ, ਤੁਹਾਡੇ ਕੋਲ ਅਕਲ ਬੜੀ ਹੈ, ਤੇ ਤੁਸੀਂ ਬਹੁਤ ਵੱਡਾ ਸਾਡੇ ਮਤ ਦਾ ਪ੍ਰਚਾਰ ਕਰੋਗੇ। ਦਰਸ਼ਨ ਭੇਖ ਕਰੋ ਜੋਗਿੰਦਰਾ, ਝੋਲੀ ਮੁੰਦਰਾ ਖਿੰਥਾ, 12 ਅੰਤਰ ਏਕ ਸਿਰੇ ਉਹ, ਖਟ ਦਰਸ਼ਨ ਇੱਕ ਪੰਥਾ। ਸਾਡੇ ਵਿੱਚ 6 ਮੱਤ ਨੇ, ਤੇ ਉਹਨਾਂ ਵਿੱਚੋਂ ਜਿਹੜਾ ਆਈ ਪੰਥੀ ਸਗਲ ਜਮਾਤੀ, ਸਭ ਤੋਂ ਉੱਪਰ ਵਾਲਾ ਪੰਥ ਜਿਹੜਾ ਵਾ ਉਹ ਆਈ ਪੰਥੀ ਆ। ਖਟ ਦਰਸ਼ਨ ਇੱਕ ਪੰਥਾ, ਉਹਨਾਂ ਵਿੱਚ ਇੱਕ ਪੰਥ ਵਾ, ਏਕਾ ਮਾਈ। ਉਹ ਜਿਹੜਾ ਆਈ ਪੰਥੀ ਆ ਨਾ, ਉਹ ਸਭ ਤੋਂ ਉੱਪਰ ਵਾਲਾ ਪੰਥ ਵਾ। ਜਿੱਦਾਂ ਸਾਡੇ ਵਿੱਚ ਕਈ ਜਥੇਬੰਦੀਆਂ ਨੇ, ਨਿਹੰਗ ਸਿੰਘ ਸੰਪਰਦਾਵਾਂ ਨੇ, ਟਕਸਾਲਾਂ ਨੇ, ਹੋਰ ਕਈ ਨੇ ਸੰਪਰਦਾਵਾਂ। ਉਹਨਾਂ ਵਿੱਚ ਹੀ ਅਦੂਤ ਨੇ, ਨਾਥ ਨੇ, ਉਦਾਸੀ ਨੇ, ਬਰਾਗੀ ਨੇ, ਸੰਨਿਆਸੀ ਨੇ, ਉਹਨਾਂ ਦੇ ਵੀ ਮਤ ਨੇ। ਦਿਗੰਬਰ ਨੇ, ਕਾਪੜੀਏ ਨੇ, ਬੜੇ ਮਤ ਨੇ ਉਹਨਾਂ ਦੇ ਵੀ। ਆਈ ਪੰਥੀ ਸਗਲ ਜਮਾਤੀ, ਜਿਹੜਾ ਆਈ ਪੰਥੀ ਆ ਉਹਨਾਂ ਦਾ, ਜਿੱਦਾਂ ਸਾਡੀ ਟਕਸਾਲ ਆ, ਨਿਹੰਗ ਨੇ, ਉਹਨਾਂ ਦਾ ਆਈ ਪੰਥੀ ਵਾ ਇੱਕ। ਖਟ ਦਰਸ਼ਨ ਇੱਕ ਪੰਥਾ,
ਉਹ 6 ਪੰਥ ਜਿਹੜੇ ਨੇ ਉਹਨਾਂ ਚੋਂ ਆਈ ਪੰਥੀ ਸਭ ਤੋਂ ਉੱਤਮ ਆ, ਤੇ ਉਹਨਾਂ ਦਾ ਤੁਹਾਨੂੰ ਅਸੀਂ ਜਥੇਦਾਰ ਬਣਾ ਦਿਆਂਗੇ। ਖੜ ਦਰਸ਼ਨ ਇੱਕ ਪੰਥਾ। ਕਹਿਣ ਲੱਗੇ ਫਿਰ ਹੋਏਗਾ ਕੀ? ਚਲੋ ਮੈਂ ਤੁਹਾਡੇ ਕਹਿਣ ਤੇ ਮੈਂ ਜੋਗੀ ਬਣ ਵੀ ਜਾਣਾ, ਤੇ ਮੈਨੂੰ ਜੋਗਿੰਦਰ ਵੀ ਬਣਾ ਦਿਓਗੇ ਤੁਸੀਂ, ਤੇ ਹੋਏਗਾ ਕੀ? ਤੁਸੀਂ ਆਪਣਾ ਮੈਨੂੰ ਜਥੇਦਾਰ ਬਣਾ ਦਿਓਗੇ, ਮੈਂ ਤੁਹਾਡੇ ਜੋਗ ਮਤ ਵਿੱਚ ਆ ਜਾਣਾ, ਤੇ ਹੋਏਗਾ ਕੀ? ਕਹਿਣ ਲੱਗੇ ਇਨ ਬਿਦ ਮਨ ਸਮਝਾਈਏ ਪੁਰਖਾ, ਬਹੁਤ ਚੋਟ ਨਾ ਖਾਈਏ। ਇਹ ਇਸ ਤਰ੍ਹਾਂ ਮਨ ਸਮਝ ਜੂਗਾ ਜਦੋਂ ਅਸੀਂ ਤੁਹਾਨੂੰ ਝੋਲੀ ਪਾ ਦਿਆਂਗੇ, ਤੁਹਾਡੇ ਕੰਨ ਪਾੜ ਦਿਆਂਗੇ, ਵਿੱਚ ਮੁੰਦਰਾ ਪਾ ਦਿਆਂਗੇ, ਸਿਰ ਤੇ ਜੜਾਵਾਂ ਰੱਖ ਲਓ, ਸਰੀਰ ਤੇ ਸਵਾਹ ਮਲ ਲਓ, ਤੇ ਇਨ ਬਿਦ ਮਨ ਸਮਝਾਈਏ ਪੁਰਖਾ, ਬਹੁਤ ਚੋਟ ਨਾ ਖਾਈਏ। ਤੇ ਸਾਹਿਬ ਨੇ ਫਿਰ ਉੱਥੇ ਉਹਨਾਂ ਨੂੰ ਕਿਹਾ, ਜਦੋਂ ਵੇਖੋ ਜਿਹੜੀ ਅੱਜ ਮੈਂ ਆਸਾ ਦੀ ਵਾਰ ਸੁਣ ਰਿਹਾ ਸੀ ਨਾ, ਜਦੋਂ ਆਸਾ ਦੀ ਵਾਰ ਦੇ ਅੰਦਰ ਪੰਡਤਾਂ ਤੇ ਬ੍ਰਾਹਮਣਾਂ ਦੇ ਨਾਲ ਵਾਰਤਾਲਾਪ ਹੋਈ, ਜਿਹੜੀ ਆਸਾ ਦੀ ਵਾਰ ਹੈ, ਕਿ ਘੜੀਆਂ ਸਭੇ ਗੋਪੀਆਂ, ਇਹ ਬ੍ਰਾਹਮਣਾਂ ਦੇ ਨਾਲ ਸੰਬੰਧ ਰੱਖਣ ਵਾਲੀ ਗੱਲ ਹੈ, ਪੰਡਤਾਂ ਦੇ ਨਾਲ। ਤੇ ਉਹ ਜਿਹੜਾ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ, ਜਦੋਂ ਆਸਾ ਦੀ ਵਾਰ ਦੇ ਵਿੱਚ ਜੋਗੀਆਂ ਦੇ ਨਾਲ ਕੋਈ ਬਹੁਤੀ ਵਾਰਤਾਲਾਪ ਨਹੀਂ ਹੋਈ। ਜੋਗੀਆਂ ਦੀ ਜਿਹੜੀ ਬਹੁਤੀ ਵਾਰਤਾਲਾਪ ਹੈ ਉਸੇ ਉਦਗੋਸ਼ਟ ਦੇ ਅੰਦਰ ਤੇ ਸਾਰੀ ਉਹੀ ਹੈ। ਤੇ ਜਪਜੀ ਸਾਹਿਬ 'ਚ ਇਹ 7 ਪੌੜੀਆਂ, ਸਾਚਾ ਸਾਹਿਬ, ਥਾਪਿਆ ਨਾ ਜਾਏ ਵਾਲਾ, ਥਾਪਿਆ ਨਾ ਜਾਏ, ਤੀਰਥਨਾਮਾ, ਜੇ ਜੁਗ ਚਾਰੇ ਆਰ ਜਾ, ਮੁੰਦਾ ਸੰਤੋਖ, ਭੁਗਤ ਗਿਆਨ, ਏਕਾ ਮਾਈ, ਆਸਣ ਲੋਹੇ ਲੋਹੇ ਭੰਡਾਰ, ਇਹ ਜਿਹੜੀਆਂ ਕਰੀਬ 7 ਪੌੜੀਆਂ ਨੇ, ਇਹ ਜੋਗੀਆਂ ਦੇ ਨਾਲ ਮਹਾਰਾਜ ਨੇ ਵਾਰਤਾਲਾਪ ਕੀਤੀ ਹੈ। ਤੇ ਜਿਹੜੀ ਆਸਾ ਦੀ ਵਾਰ ਆ ਉਹ ਦਇਆ ਕਪਾਹ ਸੰਤੋਖ ਸੂਖ, ਉਹ ਬ੍ਰਾਹਮਣ ਦੇ ਨਾਲ ਹੈ। ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰ ਨਾ ਜਾਈ, ਜੇ ਕਰ ਸੂਤਕ ਮੰਨੀਏ, ਜੇ ਮੁਹਾਕਾ ਕਰ ਮੋਹੇ, ਕਰ ਮੇ ਪਿਤਰੀ ਦੇ, ਅੱਗੇ ਵਸਤ ਸਿਆਣੀਏ, ਪਿਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ, ਮੁਸਪੀਏ ਕਰੇ, ਤੇ ਜੇਕਰ ਸੂਤਕ ਮੰਨੀਏ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ। ਇਹ ਬ੍ਰਾਹਮਣ ਦੇ ਨਾਲ ਵਾਰਤਾਲਾਪ ਹੋ ਰਹੀ ਹੈ। ਤੇ ਇਹ ਜਿਹੜੇ ਜਪਜੀ ਦੀਆਂ 7 ਪੌੜੀਆਂ ਨੇ, ਇਹ ਜੋਗੀਆਂ ਦੇ ਨਾਲ ਵਾਰਤਾਲਾਪ ਹੋ ਰਹੀ ਹੈ ਮਹਾਰਾਜ ਦੀ। ਜਦੋਂ ਉਹਨਾਂ ਨੇ ਕਿਹਾ ਸੀ ਤੁਹਾਡੇ ਸਿਰ ਜਟਾਂ ਰੱਖ ਲਓ, ਤੁਸੀਂ ਕੰਨ ਵਿੱਚ ਮੁੰਦਰਾਂ ਪਾ ਲਓ, ਸਿਰ ਤੇ ਸਵਾਹ ਮਲ ਲਓ, ਝੋਲੀ ਗਲ ਵਿੱਚ ਪਾ ਲਓ, ਤੇ ਸਾਹਿਬ ਨੇ ਫਿਰ ਉੱਥੇ ਕਿਹਾ ਕਿ ਜੋਗ ਨਾ ਖਿੰਥਾ, ਕੱਪੜੇ ਪਾਉਣ ਨਾਲ ਕੋਈ ਰੱਬ ਥੋੜਾ ਮਿਲਦਾ ਵਾ, ਨਾ ਨਾ। ਚਿੱਟੇ ਜਿਨ ਕੇ ਕੱਪੜੇ ਤੇ ਚਿੱਟੇ ਪਾ ਲਏ ਤੇ ਅੰਦਰੋਂ ਤੇ ਕਾਲਾ ਹੀ ਆ। ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ, ਚਿੱਤ ਕਾਲਾ ਵਾ, ਚਿੱਤ ਕਠੋਰ ਵਾ, ਤੇ ਮਲੈਮ ਜੇ ਕੱਪੜੇ ਪਾਏ ਹੋਏ ਨੇ, ਚਿੱਟੇ ਕੱਪੜੇ ਪਾਏ ਹੋਏ ਨੇ। ਫਰੀਦਾ ਕੰਨ ਮੁਸੱਲਾ, ਸੂਫ ਗਲ, ਮੋਢੇ ਉੱਤੇ ਮਸੱਲਾ ਰੱਖਿਆ ਹੋਇਆ, ਗਲ ਵਿੱਚ ਕਾਲਾ ਚੋਲਾ ਪਾਇਆ ਹੋਇਆ। ਬਾਬਾ ਫਰੀਦਾ ਕਹਿੰਦਾ ਮੈਂ ਤਾਂ ਫਰੀਦਾ ਕੰਨ ਮੁਸੱਲਾ, ਸੂਫ ਗਲ, ਦਿਲ ਕਾਤੀ, ਹਿਰਦਾ ਕੀ ਆ, ਕੈਂਚੀ ਬਣਿਆ ਹੋਇਆ ਵਾ, ਕੱਟਣ ਦਿਆ ਵਾ। ਦਿਲ ਕਾਤੀ, ਦਿਲ ਤੇ ਕੈਂਚੀ ਬਣਿਆ। ਦਿਲ ਨੇ ਤੇ ਸੂਈ ਬਣਨਾ ਸੀ, ਸੀਣਾ ਸੀ, ਤੇ ਕੈਂਚੀ ਬਣ ਕੇ ਕੱਟਣ ਦੇ ਆਏ। ਦਿਲ ਕਾਤੀ ਗੁੜਵਾਤ, ਤੇ ਮੂੰਹ ਚੋਂ ਬੜੀ ਬੜੀ ਵਧੀਆ ਵਿਆਖਿਆ ਕੀਤੀ ਜਾ ਰਹੀ, ਬੜੇ ਬੜੇ ਸੁੰਦਰ ਬਚਨ ਉਚਾਰਨ ਕੀਤੇ ਜਾ ਰਹੇ ਨੇ। ਬਾਹਰ ਦਿਸੇ ਚਾਨਣਾ, ਲੋਕੀ ਕਹਿੰਦੇ ਬੱਲੇ ਬੱਲੇ ਬੜਾ ਗਿਆਨ, ਬੜਾ ਗਿਆਨੀ। ਦਿਲ ਅੰਧਿਆਰੀ ਰਾਤ, ਤੇ ਅੰਦਰੋਂ ਭਰਮ ਚ ਤੁਰਿਆ ਫਿਰਦਾ, ਬਾਹਰੋਂ ਗਿਆਨੀ ਬਣਿਆ ਫਿਰਦਾ, ਅੰਦਰੋਂ ਭਰਮ ਚ ਤੁਰਿਆ ਫਿਰਦਾ। ਬਾਹਰ ਜੋਗ ਨਾ ਖਿੰਥਾ, ਜੋਗ ਨਾ ਡੰਡੇ, ਡੰਡਾ ਫੜਨਾ ਕੋਈ ਜੋਗੀ ਬਣ ਜਾਂਦਾ ਹੈ, ਕੱਪੜੇ ਪਾਉਣਾ ਕੋਈ ਜੋਗੀ ਬਣ ਜਾਂਦਾ ਹੈ।
ਜੋਗ ਨਾ ਖਿੰਥਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਏ। ਸਵਾਹ ਮਲਣਾ ਕੋਈ ਜੋਗੀ ਬਣ ਜਾਂਦਾ? ਸਵਾਹ ਤੇ ਗਧਾ ਵੀ ਮਲ ਲੈਂਦਾ। ਸਾਰੀ ਦਿਹਾੜੀ ਖੋਤੇ ਨੂੰ ਵਾਹੁੰਦੇ ਰਹੋ ਤੇ ਸ਼ਾਮੀ ਛੱਡ ਦਿਓ ਤੇ ਬਸ ਉਹਨੂੰ ਸਵਾਹ ਮਿਲਣੀ ਚਾਹੀਦੀ, ਸਾਰੀ ਥਕਾਵਟ ਹੀ ਦੂਰ ਹੈ। ਜੋਗ ਨਾ ਖਿੰਥਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਏ। ਜੋਗ ਨਾ ਮੁੰਦੀ ਮੂੜ ਮੜਾਇਆ। ਮੂੰਹ ਮੁੰਨ ਕੇ ਤੁਸੀਂ ਬੈਠੇ ਹੋਏ ਜੇ, ਸਿਰ ਵੀ ਮੁੰਨਿਆ ਹੋਇਆ ਵਾ। ਲੋ, ਤੇ ਜਿਹੜੇ ਇਦਾਂ ਦੇ ਲੋਕੀ ਪਖੰਡ ਕਰਦੇ ਨੇ ਧਰਮ ਦੀ ਦੁਨੀਆ ਅੰਦਰ ਆਣ ਕੇ, ਉਹਨਾਂ ਨੂੰ ਲੋਕੀ ਕਹਿੰਦੇ ਮਸਤਾਨੇ ਫਕਰ ਨੇ, ਜੋ ਮਰਜ਼ੀ ਕਰ ਲੈਣ। ਜਿਹੜੇ ਇਦਾਂ ਦੇ ਧਰਮ ਦੇ ਕੱਪੜੇ ਪਾ ਕੇ ਸੂਟੇ ਖਿੱਚਣ, ਮੂੰਹ ਸਿਰ ਮਨਾ ਲੈਣ, ਭੰਗਾਂ ਪੀਣ, ਲੋਕੀ ਕਹਿੰਦੇ ਮਸਤਾਨੇ ਫਕਰ ਨੇ, ਇਹ ਸਾਧੂ ਨੇ, ਤੇ ਪਖੰਡ ਕਰਦੇ ਨੇ ਲੋਕੀ। ਤਾਂ ਬਾਹਰ ਕਹਿੰਦੇ ਜੋਗ ਨਾ ਮੁੰਦੀ ਮੂਡ ਮਡਾਇਆ। ਇਹ ਮੂੰਹ ਸਿਰ ਮਨਾਉਣਾ ਕੋਈ ਜੋਗੀ ਹੋ ਜਾਂਦਾ? ਜੋਗ ਨਾ ਮੁੰਦੀ ਮੂਡ ਮਡਾਇਆ ਜੋਗ ਨਾ ਸਿੰਘੀ ਵਾਈ। ਜੋਗ ਨਾ ਬਾਹਰ ਮੜੀ ਮਸਾਣੀ। ਇਹ ਲੋਕ ਜੋਗੀ ਫਿਰ ਮੜੀਆਂ ਮਸਾਣਾ 'ਚ ਵਾਸ ਕਰਦੇ ਨੇ। ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਏ। ਤੁਸੀਂ ਐ ਦਸਮ ਦੁਆਰ ਵਿੱਚ ਆਪਣਾ ਸਾਹ ਰੋਕ ਲੈਂਦੇ ਹੋ, ਤੇ ਮਹਾਰਾਜ ਕਹਿੰਦੇ ਏਦਾਂ ਕੋਈ ਰੱਬ ਥੋੜਾ ਮਿਲਣਾ ਹੈ, ਤੇ ਤੁਸੀਂ ਆਪਣੀ ਮਿਹਨਤ ਨਾਲ ਸਾਹ ਰੋਕ ਲਿਆ ਵਾ। ਪਰ ਇਹ ਸੌਖੀ ਗੱਲ ਨਹੀਂ ਹੈ ਆਪਣੀ ਉਮਰ ਨੂੰ ਲੰਮਿਆਂ ਕਰਨਾ। ਦੁਨੀਆਦਾਰ ਨੂੰ ਤੇ ਮੌਤ ਠਾਣ ਕੇ ਮਾਰਦੀ, ਜੋਗੀ ਲਾਗੇ ਮੌਤ ਨਹੀਂ ਆ ਸਕਦੀ। ਜੋਗੀ ਜਦ ਮਰੇਗਾ ਆਪਣੀ ਇੱਛਾ ਮੁਤਾਬਕ ਹੀ ਮਰੇਗਾ। ਜਿਹੜਾ ਉਮਰ ਲੰਮੀ ਕਰ ਸਕਦਾ, ਮੌਤ ਉਹਦੇ ਲਾਗੇ ਕਿੱਥੋਂ ਆ ਜਾਊਗੀ? ਕਦੀ ਵੀ ਜੋਗੀ ਮੌਤ ਦਾ ਮਾਰਿਆ ਨਹੀਂ ਮਰਦਾ। ਉਹ ਆਪਣੀ ਇੱਛਾ ਮੁਤਾਬਕ ਜਦੋਂ ਚਾਹੇ ਉਦੋਂ ਸਰੀਰ ਛੱਡ ਸਕਦਾ ਹੈ। ਉਹ ਤੁਸੀਂ ਸੁਣੀ ਹੋਣੀ ਯੂਪੀ ਦੀ ਕਹਾਣੀ ਕਿ ਸਾਧੂ ਸੀ ਉੱਥੇ, ਗੁਰਦੁਆਰੇ ਕੋਈ ਰਹਿੰਦਾ। ਇਹ ਗੁਰਦੁਆਰਿਆਂ 'ਚ ਕਦੀ ਸਾਧੂ ਰਹਿੰਦੇ ਰਹੇ ਨੇ, ਹੁਣ ਤਾਂ ਬਦਮਾਸ਼ ਗੁੰਡੇ ਬੈਠੇ ਨੇ ਗੁਰਦੁਆਰਿਆਂ ਧਰਮ ਸਥਾਨਾਂ ਤੇ। ਅੱਜ ਤੋਂ 100 ਸਾਲ ਪਹਿਲਾਂ ਇੱਥੇ ਸਾਧੂ ਹੁੰਦੇ ਸੀ ਧਰਮ ਸਥਾਨਾਂ ਤੇ, ਤਿਆਗੀ ਹੁੰਦੇ ਸਨ, ਵਿਰਾਗੀ ਹੁੰਦੇ ਸਨ ਗੁਰਦੁਆਰਿਆਂ 'ਚ। ਕਿਉਂ? ਉਦੋਂ ਗੋਲਕਾਂ ਨਹੀਂ ਸੀ ਹੁੰਦੀਆਂ, ਉਦੋਂ ਲੋਕੀ ਇੱਥੇ ਆਣ ਕੇ ਲੜਦੇ ਹੀ ਨਹੀਂ ਸੀ। ਜਦੋਂ ਦੀਆਂ ਗੋਲਕਾਂ ਆਈਆਂ, ਲੜਾਈਆਂ ਉਦੋਂ ਦੀਆਂ ਹੀ ਆਈਆਂ। ਇਹ ਜਿੱਥੇ ਵੀ ਹੋਊਗੀ ਇਹਨੇ ਲੜਾਈ ਪਾਉਣੀ ਪਾਉਣੀ। ਉਹ ਸਾਧੂ ਮਹਾਤਮਾ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚਾਦਰ ਵਿਛਾ ਕੇ ਲੰਮੇ ਪੈ ਗਏ ਤੇ ਆਪਣੀ ਇੱਛਾ ਮੁਤਾਬਕ, ਕੱਲਾ ਸਰੀਰ ਨਹੀਂ ਛੱਡਿਆ, ਆਪਣੀ ਇੱਛਾ ਮੁਤਾਬਕ ਉਹਨਾਂ ਨੇ ਆਪਣੇ ਅੰਦਰੋਂ ਹੀ ਅੱਗ ਪੈਦਾ ਕਰਕੇ ਆਪਣੇ ਸਰੀਰ ਦਾ ਸੰਸਕਾਰ ਗੁਰੂ ਗ੍ਰੰਥ ਸਾਹਿਬ ਦੀ ਤਾਬੇ 'ਚ ਕੀਤਾ ਹੈ। ਤੇ ਦਰੀ ਨੂੰ ਅੱਗ ਨਹੀਂ ਲੱਗੀ ਥੱਲੇ, ਸਾਰਾ ਸਰੀਰ ਬਾਬਾ ਜੀ ਦਾ ਭਸਮ ਹੋ ਗਿਆ। ਪਰ ਜਿਸ ਦਰੀ ਉੱਤੇ ਬਾਬਾ ਜੀ ਨੇ ਚਾਦਰ ਵਿਛਾਈ ਹੈ, ਚਾਦਰ ਨੂੰ ਨਹੀਂ ਅੱਗ ਲੱਗੀ ਤੇ ਉਹ ਵੀ ਨਹੀਂ ਸੜ ਰਹੀ, ਚਾਦਰ ਵੀ ਨਹੀਂ ਸੜ ਰਹੀ। ਇਹ ਹੈ ਜੋਗੀਆਂ ਦੇ ਕੰਮ। ਐਵੇਂ ਕੋਈ ਜਣਾ ਖਣਾ ਉੱਠ ਕੇ ਜੋਗੀਆਂ ਦੀ ਨਿੰਦਾ ਪਿਆ ਕਰੇ। ਇੱਕ ਸਾਹ ਨਹੀਂ ਮਿਲ ਸਕਦਾ ਜਦੋਂ ਮੁੱਕ ਜਾਣ, ਤੇ ਜੋਗੀ ਕਈ ਸਾਲ ਬਿਨਾਂ ਸਾਹ ਤੋਂ ਬੈਠੇ ਰਹਿੰਦੇ ਨੇ। ਇਹ ਕੋਈ ਸੌਖਾ ਕੰਮ ਹੈ? ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਵੇ। ਉਹ ਚੌਂ ਜਗੋਂ ਜਿੰਨੀ ਆਪਣੀ ਉਮਰ ਲੰਮੀ ਕਰ ਲੈਂਦੇ ਨੇ, ਸਾਨੂੰ ਤੇ ਇੱਕ ਸਾਹ ਨਹੀਂ ਮਿਲਣਾ ਵੱਧ। ਕਬੀਰ ਜਮ ਕਾ ਠੇਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਇੱਕੋ ਡੰਡਾ ਵੱਜਣਾ ਜਮਦੂਤ ਦਾ ਤੇ ਹੋ ਜਾਣਾ ਠਾਹ ਕਰਕੇ। ਕੋਈ ਕੁਰਸੀ ਤੇ ਬੈਠਾ ਉੱਥੋਂ ਡਿੱਗ ਪੈਂਦਾ, ਕੋਈ ਕੀਰਤਨ ਕਰਦਾ ਉਹ ਵੀ ਡਿੱਗ ਪੈਂਦਾ, ਕੋਈ ਕਥਾ ਕਰਦਾ ਉਹ ਵੀ ਡਿੱਗ ਪੈਂਦਾ। ਇਹ ਜੰਮਣ ਦੇ ਡੰਡੇ ਅੱਗੇ ਕੋਈ ਅਟਕਦਾ? ਪਰ ਇਹ ਜੰਮ ਦਾ ਡੰਡਾ ਜੋਗੀ ਦੇ ਨਹੀਂ ਵੱਜ ਸਕਦਾ। ਨਾ, ਉਹ ਜਦ ਚਾਹਵੇ, ਜਦੋਂ ਚਾਹਵੇ, ਕਿੱਥੇ ਚਾਹਵੇ, ਉਹਦੇ ਮੁਤਾਬਕ ਹੀ ਸਰੀਰ ਛੱਡ ਸਕਦਾ ਹੈ। ਤੁਸੀਂ ਇੱਧਰ ਜਾਓ ਯੂਪੀ ਦੇ ਅੰਦਰ, ਜਿੱਥੇ ਨਾਨਕ ਮੱਤਾ ਤੇ ਉਸ ਤੋਂ ਅੱਗੇ ਆਉਂਦਾ ਹੈ ਗੁਰਦੁਆਰਾ ਰੀਠਾ ਸਾਹਿਬ। ਜਦੋਂ ਜਾਂਦਿਆਂ ਰਾਹ ਵਿੱਚ ਪਹਾੜੀਆਂ ਆਉਂਦੀਆਂ ਤੇ ਇੱਕ ਪਹਾੜੀ ਦਾ ਨਾਂ ਲੋਹ ਘਾਟ ਪਹਾੜੀ ਆ। ਸਾਰੇ ਜੋਗੀ ਇਕੱਠੇ ਹੋਏ ਪਹਾੜੀ ਦੇ ਉੱਤੇ,
ਉਹਨਾਂ ਨੇ ਆਖਿਆ, ਪਹਾੜ ਨੂੰ ਆਖਿਆ, ਜਗ੍ਹਾ ਦੇ ਅਸੀਂ ਥੱਲੇ ਜਾ ਕੇ ਸਮਾ ਜਾਣਾ। ਪੱਥਰ ਦੀ ਪਹਾੜੀ ਆ, ਇਸ ਤਰ੍ਹਾਂ ਖੁੱਲ ਗਈ। ਜੋਗੀ ਸਾਰੇ ਥੱਲੇ ਚਲ ਗਏ। ਉੱਤੋਂ ਪੱਥਰ ਫੇਰ ਮਿਲ ਗਿਆ, ਸਰੀਰ ਛੱਡਤਾ ਸਾਰਿਆਂ ਨੇ। ਉੱਥੇ ਉਹਨਾਂ ਦੀਆਂ ਉੱਤੇ ਯਾਦਗਾਰਾਂ ਬਣੀਆਂ ਹੋਈਆਂ ਨੇ। ਜੋਗੀ ਕੋਈ ਸੌਖੀ ਕਹਾਣੀ ਨਹੀਂ ਹੈ। ਜਿਨ੍ਹਾਂ ਨੇ ਰਾਜ ਛੱਡਿਆ, ਤਪ ਕੀਤੇ ਨੇ, ਉਹਨਾਂ ਨੇ ਕੁਝ ਨਾ ਕੁਝ ਤਾਂ ਜ਼ਰੂਰ ਖਟਿਆ ਹੈ। ਮਰਗ ਦੇ ਬਾਹਰ ਨਾ ਜੋਗ ਮੜੀ ਮਸਾਣੀ, ਜੋਗ ਨਾ ਤਾੜੀ ਲਾਈਏ। ਠੀਕ ਆ, ਤੁਸੀਂ ਆਪਣੇ ਸਰੀਰ ਨੂੰ ਸੁੱਧ ਲੋਗੇ, ਜਦੋਂ ਚਾਹੋਗੇ ਪ੍ਰਾਣ ਬਾਹਰ ਕੱਢ ਲੋਗੇ, ਜਦੋਂ ਚਾਹੋਗੇ ਪ੍ਰਾਣ ਅੰਦਰ ਵਾੜ ਲੋਗੇ। ਇਹ ਵੀ ਉਹਨਾਂ ਕੋਲ ਕਿਰਿਆ ਹੁੰਦੀ ਜੋਗੀਆਂ ਦੇ ਕੋਲ। ਸਰੀਰ ਇੱਥੇ ਛੱਡ ਕੇ ਜੋਗੀ ਚਲ ਜਾਂਦੇ ਨੇ ਤੇ ਫਿਰ ਸਾਲਾਂ ਬੱਧੀ ਆਣ ਕੇ ਫਿਰ ਸਰੀਰ 'ਚ ਪ੍ਰਵੇਸ਼ ਕਰ ਜਾਂਦੇ ਨੇ। ਮਛਿੰਦਰ ਨਾਥ ਨੇ ਆਖਿਆ ਸੀ, ਮੈਂ ਕਿਤੇ ਚੱਲਿਆ ਗੋਰਖ ਨੂੰ, ਮੇਰੇ ਸਰੀਰ ਨੂੰ ਕੁਛ ਕਰਿਓ ਨਾ। ਸਾਡੀ ਕੌਮ ਦੇ ਅੰਦਰ ਬਾਬਾ ਰਾਮ ਰਾਏ ਸੀ। ਉਹਨਾਂ ਨੇ ਮਸੰਦਾਂ ਨੂੰ ਆਖਿਆ ਕਿ ਮੈਂ ਸਰੀਰ ਛੱਡ ਕੇ ਚੱਲਿਆ ਵਾਂ, ਮੈਂ ਆ ਜਾਣਾ ਮੁੜ ਕੇ, ਤੇ ਮੇਰੇ ਸਰੀਰ ਨੂੰ ਕੁਛ ਸਾੜ ਨਾ ਦਿਓ ਕਿਤੇ। ਉਹ ਕਈ ਦਿਨ ਚੇਲੇ ਵਹਿੰਦੇ ਰਹੇ ਤੇ ਬਾਬਾ ਰਾਮ ਰਾਏ ਆਇਆ ਨਾ, ਤੇ ਉਹਨਾਂ ਨੇ ਧੱਕੇ ਨਾਲ ਉਹਦੀ ਚਿਖਾ ਚੁਣ ਕੇ ਤੇ ਉੱਤੇ ਉਹਦਾ ਸਰੀਰ ਰੱਖਤਾ। ਤੇ ਉਹਦੀ ਘਰ ਦੀ ਸੀ ਰਾਮ ਰਾਏ ਦੀ, ਉਹਦਾ ਨਾਂ ਸੀ ਪੰਜਾਬ ਕੌਰ। ਉਹਨੇ ਬਥੇਰੀ ਦਵਾਈ ਦਿੱਤੀ ਵੀ ਮੇਰਾ ਪਤੀ ਕਿਤੇ ਸਰੀਰ ਨੂੰ ਛੱਡ ਕੇ ਗਿਆ ਵਾ, ਉਹਨੇ ਆ ਜਾਣਾ ਵਾ, ਇਹ ਸਰੀਰ ਨਾ ਸਾੜੋ। ਉਹ ਮੰਨੇ ਨਹੀਂ, ਕਹਿੰਦੇ ਇਹਨੂੰ ਸਾੜ ਕੇ ਤੇ ਗੱਦੀ ਸਾਂਭੀਏ ਆਪਾਂ। ਵੱਡਾ ਤੇ ਸਿਆਪਾ ਇਹੋ ਹੀ ਆ ਨਾ। ਡੇਰਿਆਂ 'ਚ ਬੰਦੂਕਾਂ ਕਿਉਂ ਰੱਖੀਆਂ ਗਈਆਂ? ਡੇਰਿਆਂ 'ਚ ਗੋਲੀਆਂ ਕਿਉਂ ਚੱਲੀਆਂ? ਗੱਦੀਆਂ ਸਾਂਭਣੀਆਂ ਨੇ। ਇਹ ਥੋੜਾ ਕਿ ਡੇਰੇ 'ਚ ਬੈਠੇ ਕੋਈ ਜਪ ਤਪ ਕਮਾਉਣਾ, ਕੋਈ ਪਰਉਪਕਾਰ ਕਰਨਾ। ਇਹਨਾਂ ਨੇ ਡੇਰਿਆਂ ਤੇ ਕਬਜ਼ੇ ਕਰਕੇ ਆਪਣੀਆਂ ਜਾਇਦਾਦਾਂ ਬਣਾਉਣੀਆਂ ਨੇ, ਤਾਂ ਬੰਦੂਕਾਂ ਡੇਰਿਆਂ 'ਚ ਰੱਖੀਆਂ ਹੋਈਆਂ ਨੇ। ਉਹਨਾਂ ਆਖਿਆ ਬਾਬੇ ਰਾਮ ਰਾਏ ਨੂੰ ਸਾੜ ਦਿਓ ਤੇ ਆਪ ਗੱਦੀ ਤੇ ਬਹਿੰਦੇ ਆ। ਤੇ ਜਦੋਂ ਉਹਦਾ ਸਰੀਰ ਸੜਨ ਦਿਆ ਤੇ ਉਹਨੇ ਚਿਰ ਨੂੰ ਉਹ ਵੀ ਆ ਗਿਆ, ਬਾਬਾ ਰਾਮ ਰਾਏ ਵੀ, 7ਵੇਂ ਪਾਤਸ਼ਾਹ ਦਾ ਪੁੱਤਰ। ਤੇ ਸਰੀਰ ਸੜ ਗਿਆ ਸੀ, ਹੁਣ ਸਰੀਰ 'ਚ ਕਿਵੇਂ ਪ੍ਰਵੇਸ਼ ਕੀਤਾ ਜਾਣਾ ਸੀ? ਅੱਜ ਕੱਲ੍ਹ ਦੇ ਡਾਕਟਰ ਸਿਰਫ ਸਾਡੇ ਅੰਗ ਬਦਲ ਸਕਦੇ ਨੇ, ਅੱਖਾਂ ਬਦਲ ਸਕਦੇ ਨੇ, ਗੋਡੇ ਬਦਲ ਸਕਦੇ ਨੇ, ਪਰ ਸਾਡੇ ਇੱਕ ਸਰੀਰ ਵਿੱਚੋਂ ਜਿੰਦ ਕੱਢ ਕੇ ਦੂਸਰੇ ਸਰੀਰ ਵਿੱਚ ਜਿੰਦ ਨਹੀਂ ਪਾ ਸਕਦੇ। ਜੋਗੀ ਇਸ ਤਰ੍ਹਾਂ ਕਰ ਲੈਂਦੇ ਸਨ। ਮਛਿੰਦਰ ਨਾਥ ਨੇ ਕਿਸੇ ਕੋਈ ਰਾਜਾ ਮਰ ਗਿਆ ਸੀ ਤੇ ਉਹਦੇ ਸਰੀਰ ਵਿੱਚ ਆਪਣਾ ਜਿੰਦ ਪਾ ਲਈ ਸੀ ਤੇ ਰਾਣੀਆਂ ਦੇ ਨਾਲ ਭੋਗ ਕਰਨ ਲੱਗ ਪਿਆ ਸੀ। ਤੇ ਜਦੋਂ ਮਛਿੰਦਰ ਨਾਥ ਨੂੰ ਗੋਰਖਨਾਥ ਨੂੰ ਪਤਾ ਲੱਗਾ, ਉਹਨੇ ਆਖਿਆ ਜੋਗ ਭ੍ਰਸ਼ਟ ਹੋ ਗਿਆ। ਕਿਰਿਆ ਤੇ ਬਹੁਤ ਵੱਡੀ ਸੀ, ਪਰ ਇਸ ਕਿਰਿਆ ਦੇ ਨਾਲ ਕੀਤਾ ਕੀ ਆ? ਰਾਜੇ ਦੇ ਸਰੀਰ 'ਚ ਪ੍ਰਵੇਸ਼ ਕਰਕੇ ਤੁਸੀਂ ਰਾਣੀਆਂ ਦੇ ਨਾਲ ਸੰਬੰਧ ਬਣਾ ਲਏ। ਤੇ ਗੋਰਖ ਨੇ ਆਖਿਆ ਇਹ ਹੁਣ ਜੋਗ ਬਹੁਤਾ ਨਹੀਂ ਚੱਲੇਗਾ, ਭ੍ਰਸ਼ਟ ਹੋ ਗਿਆ ਜੋਗ ਸਾਡਾ। ਇਹ ਸ਼ਕਤੀ ਸੀ, ਕਰਾਮਾਤ ਸੀ, ਪਰ ਕਰਾਮਾਤ ਦੀ ਦੁਰਵਰਤੋਂ ਹੋ ਗਈ। ਤੇ ਬੰਦੇ ਨੇ, ਜੋਗੀਆਂ ਕੋਲ ਦੁਰਵਰਤੋਂ ਹੋ ਗਈ, ਤੇ ਜਿਹੜੀ ਹੁਣ ਬੰਦਿਆਂ ਕੋਲ ਸ਼ਕਤੀ ਆ ਗਈ, ਇਹਨਾਂ ਨੇ ਗੋਲੀਆਂ ਬਣਾ ਕੇ, ਬੰਬ ਬਣਾ ਕੇ, ਐਟਮ ਬੰਬ ਬਣਾ ਕੇ ਰੱਖੇ ਨੇ। ਇਹਨਾਂ ਨੇ ਆਪਣੀ ਮੌਤ ਤੇ ਆਪੇ ਮਰਨਾ ਹੈ। ਹੁਣ ਮਰਨ ਦਾ ਇਹਨੇ ਇੱਦਾਂ ਹੀ ਮਰਨਾ, ਇਹਨਾਂ ਨੇ ਮਰਨੇ ਚਾਹੀਦੇ ਵੀ ਆਏ। ਇੰਨਾ ਬੰਬ, ਇੰਨਾ ਗੋਲੀ ਛਿੱਕਾ ਬਣਾ ਕੇ ਰੱਖਿਆ ਹੈ, ਬੰਦਿਆਂ ਨੂੰ ਮਾਰਨ ਵਾਸਤੇ ਰੱਖਿਆ ਕਿ ਪੂਜਾ ਕਰਨ ਵਾਸਤੇ ਰੱਖਿਆ ਹੈ? ਕੋਈ ਜਦੋਂ ਮੈਂ ਕਹਿ ਰਿਹਾ ਸੀ ਕੋਈ ਕੰਮ ਸੌਖਾ ਨਹੀਂ ਹੈ। ਉਹ ਫਿਰ ਜਦੋਂ ਰਾਮ ਰਾਏ ਦਾ ਸਰੀਰ ਸੜ ਗਿਆ ਤੇ ਉਹਨੇ ਆਵਾਜ਼ ਦਿੱਤੀ, ਉਹਦੀ ਆਤਮਾ ਨੇ, ਜਿੱਦਾਂ ਮੈਨੂੰ ਸਾੜਿਆ ਹੁਣ ਤੁਹਾਨੂੰ ਵੀ ਕੋਈ ਸਾੜੂਗਾ। ਤੇ ਮੁੜ ਕੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਸਾੜਿਆ ਸੀ, ਫਿਰ ਮਸੰਦਾਂ ਨੂੰ। ਉਹ ਮਸੰਦ ਸਿੰਘ, ਰੱਬ ਖੈਰ ਕਰੇ। ਬਾਹਰ ਕਹਿੰਦੇ ਬਾਹਰ ਜੋਗ ਨਾ ਬਾਹਰ ਮੜੀ ਮਸਾਣੀ। ਵੱਡੀਆਂ ਉਮਰਾਂ ਕਰਕੇ ਬਾਹਰ ਬੈਠੇ ਹੋ। ਫਿਰ ਮੈਂ ਕਹਿੰਦਾ ਵੱਡੀ ਉਮਰ ਹਰੇਕ ਬੰਦਾ ਨਹੀਂ ਕਰ ਸਕਦਾ। ਵੱਡੀ ਉਮਰ ਕੇਵਲ ਜੋਗੀ ਕਰ ਸਕਦਾ ਹੈ। ਜੋਗੀ ਨੂੰ ਕਦੀ ਮੌਤ ਨਹੀਂ ਮਾਰ ਸਕਦੀ। ਜੋਗੀ ਆਪਣੀ ਇੱਛਾ ਮੁਤਾਬਕ ਸਰੀਰ ਛੱਡ ਕੇ ਕਿਤੇ ਜਾ ਵੀ ਸਕਦਾ ਹੈ ਤੇ ਉਹ ਉੱਥੇ ਬੜੇ ਸਮੇਂ ਬਾਅਦ ਸਰੀਰ ਵਿੱਚ ਆਣ ਕੇ ਪ੍ਰਵੇਸ਼ ਵੀ ਕਰ ਸਕਦਾ ਹੈ। ਜਿਨ੍ਹਾਂ ਨੇ ਸਾਧਨਾ ਕੀਤੀ ਉਹਨਾਂ ਨੂੰ ਕੁਝ ਮਿਲਿਆ ਵੀ ਹੈ, ਪਰ ਆਹ ਮਿਲਿਆ। ਸਾਹਿਬ ਕਹਿੰਦੇ ਇਹ ਮਿਲਿਆ ਤੇ ਕੱਖ ਵੀ ਨਹੀਂ ਮਿਲਿਆ। ਮਿਲਣਾ ਤੇ ਉਹ ਚਾਹੀਦਾ ਸੀ। ਕਹਿਣ ਲੱਗੇ ਤੁਸੀਂ ਬੜਾ ਰੌਲਾ ਪਾਉਂਦੇ, ਉਹ ਮਿਲਣਾ ਚਾਹੀਦਾ। ਉਹ ਕਿੱਦਾਂ ਮਿਲਦਾ ਹੈ? ਸਾਹਿਬ ਕਹਿੰਦੇ ਬਾਹਰ ਨਾ ਜੋਗ ਨਾ ਬਾਹਰ ਮੜੀ ਮਸਾਣੀ।
ਜੋਗਨ ਤਾੜੀ ਲਾਈਏ। ਤੁਸੀਂ ਸਮਾਧੀਆਂ ਲਾਉਂਦੇ ਹੋ ਤੇ ਤਾੜੀਆਂ ਲਾਉਂਦੇ, ਏਦਾਂ ਰੱਬ ਨਹੀਂ ਜੇ ਮਿਲਣਾ। ਜੋਗ ਨਾ ਦੇਸ ਦਸੰਤਰ ਪਵੇ, ਜੋਗ ਨਾ ਤੀਰਥ ਨਹਾਈਏ। ਤੁਸੀਂ ਕਹਿੰਦੇ ਅਸੀਂ ਘਰ ਬਾਹਰ ਛੱਡ ਕੇ, ਰਾਜ ਛੱਡ ਕੇ ਤੀਰਥਾਂ ਤੇ ਨਹਾਉਣ ਦੇ, ਉਹ ਕਹਿੰਦੇ ਨਹਾਈ ਜੋ, ਰੱਬ ਨਹੀਂ ਮਿਲਣਾ। ਨਹਾਈ ਜੋ, ਨਹਾਉਣ 'ਚ ਕੀ ਅਰਜ ਵਾ? ਕਹਿ ਲਗੇ ਫਿਰ ਤੁਸੀਂ ਰੌਲੀ ਬੜੀ ਪਾਉਂਦੇ, ਉਹ ਇੱਦਾਂ ਨਹੀਂ ਮਿਲਦਾ, ਉਹ ਉੱਦਾਂ ਨਹੀਂ ਮਿਲਦਾ, ਜੇ ਜੁਗ ਚਾਰੇ ਯਾਰ ਜਾਂ ਉਮਰ ਵੱਡੀ ਕਰਨਾ ਨਹੀਂ ਉਹ ਮਿਲਦਾ। ਫਿਰ ਮੈਂ ਕਹਿ ਦਿਆਂ ਗ੍ਰਸਤੀ ਬੰਦਾ ਇੱਕ ਸਾਹ ਨਹੀਂ ਆਪਣਾ ਵਧਾ ਸਕਦਾ, ਤੇ ਜੋਗੀ ਤੇ ਕਈ ਕਈ ਸਾਲ ਆਪਣੀ ਉਮਰ ਵਧਾ ਜਾਂਦੇ ਨੇ। ਇਹ ਸੌਖਾ ਕੰਮ ਨਹੀਂ ਹੈ ਉਮਰ ਨੂੰ ਲੰਮਿਆਂ ਕਰਨਾ। ਕਹਿਣ ਲੱਗੇ ਫਿਰ ਕਿਸ ਤਰ੍ਹਾਂ ਮਿਲਦਾ? ਜੇ ਜੁਗ ਚਾਰੇ ਯਾਰ ਜਾਂ ਉਮਰ ਵੱਡੀ ਕਰਨਾ ਨਹੀਂ ਮਿਲਦਾ। ਮਨ ਸਤਿਗੁਰ ਭੇਟੇ ਤਾਂ ਸਹਿਸਾ ਟੂਟੇ। ਇਹ ਤੇ ਸਾਰੀ ਕਿਰਿਆ ਗੁਰੂ ਨੇ ਕਰਨੀ ਹੈ, ਤੇ ਗੁਰੂ ਨੂੰ ਤੁਸੀਂ ਮੰਨਦੇ ਨਹੀਂ, ਤੁਸੀਂ ਆਪਣੇ ਆਪ 'ਚ ਹੀ ਬੜੇ ਸਿੱਧ ਹੋ ਕੇ ਬੈਠੇ ਹੋਏ ਜੇ। ਤੇ ਗੁਰੂ ਉਹ ਆ ਜਿਹੜਾ ਥਾਪਿਆ ਨਾ ਜਾਵੇ, ਤੇ ਤੁਸੀਂ ਉਹਨਾਂ ਨੂੰ ਮੰਨਦੇ ਹੋ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ, ਜਿਨ੍ਹਾਂ ਨੂੰ ਥਾਪਣ ਕੀਤਾ ਤੁਸੀਂ ਉਹਨਾਂ ਨੂੰ ਮੰਨਦੇ ਹੋ, ਤੇ ਅਸਲੀ ਗੁਰੂ ਤਾਂ ਥਾਪਿਆ ਨਾ ਜਾਏ। ਕਹਿਣ ਲੱਗੇ ਫਿਰ ਕਿਸ ਤਰ੍ਹਾਂ ਮਿਲਦਾ ਏ? ਕਹਿਣ ਲੱਗੇ ਸਤਿਗੁਰ ਮਿਲੇ ਤਾਂ ਸਹਿਸਾ ਟੂਟੇ। ਜਿੰਨਾ ਚਿਰ ਗੁਰੂ ਨਹੀਂ ਨਾ ਮਿਲਦਾ, ਗੁਰੂ ਉਹ ਜਿਹੜਾ ਰੱਬ ਨਾਲ ਸਿੱਧਾ ਸੰਬੰਧ ਰੱਖਣ ਵਾਲਾ ਹੈ। ਕੱਲ ਵੀ ਮੈਂ ਕਿਸੇ ਦੇਹਧਾਰੀ ਗੁਰੂ ਦੀ ਸੁਣ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਜਿਹੜੇ ਸੰਤ ਮਹਾਤਮਾ ਗੁਰੂ ਹੁੰਦੇ ਨੇ ਉਹ ਅਕਾਲ ਪੁਰਖ ਤੋਂ ਆਉਂਦੇ ਨੇ, ਮੁੜ ਕੇ ਉੱਥੇ ਹੀ ਚਲ ਜਾਂਦੇ ਨੇ, ਤੇ ਜੇ ਉੱਥੇ ਜਾਣਾ ਤਾਂ ਫਿਰ ਦਰਿਆਵਾਂ ਨੂੰ ਪੂਰ ਕੇ ਕਬਜ਼ੇ ਕਿਉਂ ਕਰਨ ਦੇ ਜੇ? ਤੁਸੀਂ ਜਾਓ ਫਿਰ ਉੱਥੇ ਜਾਓ, ਕਬਜ਼ੇ ਇੱਥੇ ਕਰਨ ਦੇ ਤੇ ਜਾਣਾ ਉੱਥੇ ਹੈ। ਉਹ ਕਹਿੰਦੇ ਤੁਸੀਂ ਕਬਜ਼ੇ ਛੱਡ ਦਿਓ ਤੇ ਅਸੀਂ ਇੱਥੇ ਕਬਜ਼ੇ ਕਰ ਲਈਏ, ਤੇ ਜਾਣਾ ਤੇ ਜਿੱਥੇ ਜਾਣਾ ਹੀ ਮੁੜ ਕੇ। ਰੱਬ ਖੈਰ ਕਰੇ। ਸਤਿਗੁਰ ਮਿਲਿਆ ਸਹਿਸਾ ਟੂਟੇ, ਧਾਵਤ ਵਰਜ ਰਹਾਈਏ। ਜਿੱਦਣ ਗੁਰੂ ਮਿਲਦਾ ਹੈ ਉਹ ਮਨ ਨੂੰ ਰੋਕ ਦਿੰਦਾ ਹੈ। ਲੈਣੇ ਦਾ ਰੋਕ ਦਿੱਤਾ ਸੀ, ਉਸ ਤੋਂ ਬਾਅਦ ਉਹ ਨਹੀਂ ਮੁੜ ਕੇ ਦੇਵੀ ਦੇਵਤੇ ਦੇ ਗਏ। ਗੁਰੂ ਅਮਰਦਾਸ ਦਾ ਰੋਕ ਦਿੱਤਾ ਸੀ, ਮੁੜ ਕੇ ਗੰਗਾ ਇਸ਼ਨਾਨ ਕਰਨ ਨਹੀਂ ਗਏ ਉਹ। ਬਸ ਇਹੀ ਤੇ ਗੁਰੂ ਦੀ ਵਡਿਆਈ ਹੈ। ਸਤਿਗੁਰ ਮਿਲਿਆ ਸਹਿਸਾ ਟੂਟੇ, ਧਾਵਤ ਵਰਜ ਰਹਾਈਏ। ਮਨ ਨੂੰ ਕੇਵਲ ਗੁਰੂ ਰੋਕ ਸਕਦਾ ਹੈ। ਤੁਹਾਡੀ ਯੋਗ ਸਾਧਨਾ ਨਾਲ ਮਨ ਨਹੀਂ ਜੇ ਰੁਕਣਾ, ਤੇ ਜਿੰਨਾ ਚਿਰ ਮਨ ਨਹੀਂ ਰੁਕਦਾ ਉਹਨਾਂ ਚਿਰ ਰੱਬ ਦਾ ਮਿਲਣ ਹੁੰਦਾ ਨਹੀਂ, ਆ ਮਨ ਰੁਕਣਾ ਨਹੀਂ, ਆ ਮਿਲਣ ਹੋਣਾ ਨਹੀਂ ਹੈ। ਤੁਰੇ ਫਿਰੋ ਇੱਦਾਂ, ਕਰੀ ਜੋ ਸਾਧਨਾ, ਪਾਈ ਜੋ ਸਿਰ 'ਚ ਸਵਾਹ, ਮਲੀ ਜੋ ਸਿਰ ਤੇ ਸਵਾਹ, ਕਰੀ ਜੋ ਯੋਗ ਸਾਧਨਾ, ਰੱਬ ਨਹੀਂ ਮਿਲਣਾ। ਕਹਿੰਦੇ ਫਿਰ ਸਤਿਗੁਰ ਮਿਲੇ ਤਾਂ ਸਹਿਸਾ ਟੂਟੇ, ਧਾਵਤ ਵਰਜ ਰਹਾਈਏ। ਨਿਚਰ ਚਰੇ ਸਹਿਜ ਧੁਨ ਲਾਗੇ। ਕਹਿੰਦੇ ਫਿਰ ਜਦੋਂ ਗੁਰੂ ਮਿਲਦਾ ਨਾ, ਫਿਰ ਅੰਦਰੋਂ ਨਾਮ ਦੀ ਵਰਖਾ ਹੁੰਦੀ ਉਹਦੀ, ਅੰਦਰੋਂ ਫਿਰ ਜਦੋਂ ਟਿਕਦਾ ਨਾ ਬੰਦਾ, ਤੇ ਉਹ ਜਿਹੜਾ ਅਸੀਂ ਤੁਕ ਪੜ੍ਹਦੇ ਹਾਂ ਕਿ ਝਿਮ ਝਿਮ ਬਰਸੇ ਅੰਮ੍ਰਿਤ ਧਾਰਾ, ਅੰਦਰੋਂ ਫਿਰ ਗੁਰੂ ਕੀ ਕਰਦਾ, ਅੰਦਰ ਆਤਮਾ ਦਾ ਇਸ਼ਨਾਨ ਕਰਾ ਦਿੰਦਾ। ਤੀਰਥ ਨਹਾਈਏ, ਉੱਥੇ ਨਹਾਈਏ। ਫਿਰ ਤੁਸੀਂ ਕਹਿੰਦੇ ਹੋ ਤੀਰਥ ਨਹਾਈਏ ਸੁੱਖ ਫਲ ਪਾਈਏ, ਰੱਬ ਖੈਰ ਕਰੇ। ਲੰਮੀ ਗੱਲ ਹੋ ਗਈ, ਉਹ ਪੌੜੀ ਦੀ ਵਿਆਖਿਆ ਰਹਿ ਹੀ ਚੱਲੀ। ਉਮਰ ਕਹਿੰਦੇ ਜਦੋਂ ਉਹਨਾਂ ਆਖਿਆ ਤੁਸੀਂ ਜੋਗੀ ਬਣ ਜਾਓ, ਕਹਿਣ ਲੱਗੇ ਅਸੀਂ ਜੋਗੀ ਹੋ। ਕਹਿਣ ਲੱਗੇ ਕਿਸ ਤਰ੍ਹਾਂ ਦੇ ਜੋਗੀ ਹੋ ਤੁਸੀਂ? ਮੁੰਦਰਾਂ ਨਹੀਂ ਪਾਈਆਂ। ਸਾਹਿਬ ਕਹਿੰਦੇ ਮੁੰਦਾ ਸੰਤੋਖ, ਅਸੀਂ ਮੁੰਦਰਾਂ ਪਾਈਆਂ ਵਾਂ ਪਰ ਕੱਚ ਦੀਆਂ ਨਹੀਂ, ਅਸੀਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ ਨੇ। ਇਹ ਸੰਤੋਖ ਸ਼ਬਦ ਨਾ ਤਿੰਨ ਵਾਰੀ ਜਪਜੀ ਸਾਹਿਬ ਚ ਆਉਣਾ। ਸੁਣਿਆ ਸਤ ਸੰਤੋਖ, ਰੱਬ ਦਾ ਨਾਮ ਸੁਣਨਾ ਸੰਤੋਖ ਆਉਂਦਾ ਜੀ। ਸੁਣਿਆ ਸਤ ਸੰਤੋਖ ਗਿਆਨ, ਸੰਤੋਖ ਥਾਪ ਰੱਖਿਆ ਜਨ ਸੂਤ। ਰੱਬ ਨੇ ਜਿੱਥੇ ਕਿਸੇ ਨੂੰ ਪਰੋ ਕੇ ਰੱਖਿਆ ਨਾ, ਸੂਤਿਆ ਵਾ, ਉੱਥੇ ਸੰਤੋਖ ਵਿੱਚ ਵਾਓ। ਸੰਤੋਖ ਥਾਪ, ਮੁੰਦਾ ਸੰਤੋਖ, ਇਹ ਤਿੰਨ ਵਾਰੀ ਸੰਤੋਖ ਸ਼ਬਦ ਆਉਂਦਾ ਹੈ। ਸੰਤੋਖ ਥਾਪ,
ਰੱਬ ਨੇ ਜਿੱਥੇ ਕਿਸੇ ਨੂੰ ਥਾਪਿਆ ਵਾ ਨਾ, ਉੱਥੇ ਸੰਤੋਖ ਵਿੱਚ ਵਾ। ਸ਼ੇਰ ਕਦੀ ਵੀ ਕੋਸ਼ਿਸ਼ ਨਹੀਂ ਕਰਦਾ ਮੈਂ ਘਾਹ ਖਾਵਾਂ, ਉਹ ਸੰਤੋਖ ਵਿੱਚ ਵਾ। ਗਾਂ ਕਦੀ ਵੀ ਕੋਸ਼ਿਸ਼ ਨਹੀਂ ਕਰਦੀ ਮੈਂ ਮਾਸ ਖਾਵਾਂ, ਉਹ ਰੱਬ ਦੇ ਹੁਕਮ ਅੰਦਰ ਸਭ ਕੋ ਹੁਕਮ ਵਿੱਚ ਵਾ, ਉਹ ਸੰਤੋਖ ਵਿੱਚ ਵਾ। ਜਿਹੜਾ ਹੁਕਮ ਵਿੱਚ ਹੋਏਗਾ ਉਹ ਸੰਤੋਖ ਵਿੱਚ ਹੋਏਗਾ, ਜਿਹੜਾ ਸੰਤੋਖ ਵਿੱਚ ਹੋਏਗਾ ਉਹ ਹੁਕਮ ਵਿੱਚ ਹੋਏਗਾ। ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਰ ਦੀ ਖੁਰਾਕ ਰੱਬ ਨੇ ਗੰਦਗੀ ਬਣਾਈ ਹੈ, ਤੇ ਜਿੰਨਾ ਉਹਨੂੰ ਰਸ ਤੇ ਸਵਾਦ ਗੰਦਗੀ ਵਿੱਚ ਆਉਂਦਾ ਹੈ, ਉਹਨਾਂ ਖੀਰ ਵਿੱਚੋਂ ਨਹੀਂ ਆਉਣਾ। ਕਿਉਂ? ਹੁਕਮ ਅੰਦਰ ਸਭ ਕੋ, ਉਹਨੇ ਆਪਣੇ ਹੁਕਮ ਦੇ ਸੂਤਰ ਵਿੱਚ ਪਰੋ ਕੇ ਰੱਖਿਆ ਹੋਇਆ ਵਾ। ਇੱਕ ਬੰਦੇ ਨੂੰ ਛੱਡ ਕੇ ਬੰਦਾ ਆਪ ਉਧਰਿਆ ਹੋਇਆ ਫਿਰਦਾ ਹੈ। ਮੈਂ ਫੇਰ ਕਹਿ ਦਿਆਂ, ਇਹ ਜਪਜੀ ਸਾਹਿਬ ਦੀ ਕਥਾ ਬ੍ਰਹਮੰਡੀ ਕਥਾ ਹੈ, ਇਹ ਬੰਦੇ ਦੀ ਕਥਾ ਨਹੀਂ ਹੈ। ਅੱਜ ਤੱਕ ਗਿਆਨੀਆਂ ਨੇ ਕਥਾ ਬੰਦੇ ਦੀ ਕਰ ਛੱਡੀ ਹੈ ਇਹਦੀ, ਇਹ ਬ੍ਰਹਮੰਡੀ ਕਥਾ ਹੈ। ਸੰਤੋਖ ਥਾਪ ਰੱਖਿਆ ਜਨ ਸੂਤ। ਸੂਰ ਕਦੀ ਵੀ ਗਾਂ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਮੈਂ ਗਾਂ ਵਾਲੀ ਖੁਰਾਕ ਖਾਵਾਂ, ਤੇ ਗਾਂ ਕਦੀ ਵੀ ਕੋਸ਼ਿਸ਼ ਨਹੀਂ ਕਰਦੀ ਮੈਂ ਸ਼ੇਰ ਵਾਲੀ ਖੁਰਾਕ ਖਾਵਾਂ। ਕਿਉਂ? ਇੱਕ ਮਨੁੱਖ ਨੂੰ ਛੱਡ ਕੇ ਬਾਕੀ 84 ਲੱਖ ਜੀ ਜੰਤੂ ਨੂੰ ਰੱਬ ਨੇ ਸੰਤੋਖ ਦਿੱਤਾ ਹੋਇਆ ਵਾ। ਬੰਦਾ 36 ਪਦਾਰਥ ਛਕ ਕੇ ਵੀ ਸੰਤੋਖ ਵਿੱਚ ਨਹੀਂਗਾ, ਤੇ ਸੂਰ ਗੰਦ ਖਾ ਕੇ ਵੀ ਜਿੱਦਾਂ ਉਹ ਚਿੱਕੜ ਵਿੱਚ ਲੇਟਣ ਦਿਆ ਹੁੰਦਾ, ਇਹ ਮਸਤੀ ਤੇ ਬੰਦੇ ਕੋ ਵੀ ਹੈ ਨਹੀਂ ਹੈ। ਬੰਦਾ ਤਾਂ ਏਸੀ ਲਾ ਕੇ ਤੇ ਪਤਾ ਨਹੀਂ ਕੀ ਕੀ ਪਰਫਿਊਮ ਲਾ ਕੇ ਤੇ ਕੀ ਤੇ ਦੁਖੀ ਬੈਠਾ ਮੰਜੇ ਤੇ, ਉਹ ਚਿੱਕੜ ਵਿੱਚ ਵੀ ਆਨੰਦ 'ਚ ਬੈਠਾ ਹੋਇਆ ਹੈ। ਕਿਉਂ? ਸੰਤੋਖ ਥਾਪ ਰੱਖਿਆ ਜਿਨ ਸੂਤ। ਤੇ ਬੰਦੇ ਕੋ ਸੰਤੋਖ ਕਿਉਂ ਨਹੀਂ ਰਿਹਾ? ਇਹਨੇ ਰੱਬ ਦਾ ਨਾਮ ਨਹੀਂ ਸੁਣਿਆ। ਸੁਣਿਆ ਸਤ, ਸੰਤੋਖ, ਗਿਆਨ। ਸਭ ਕਹਿਣ ਲੱਗੇ ਅਸੀਂ ਜੋਗੀ ਆ ਤੇ ਅਸੀਂ ਮੁੰਦਰਾਂ ਪਾਈਆਂ ਹੋਈਆਂ ਵਾ। ਕਹਿਣ ਲੱਗੇ ਕਿੱਥੇ ਆ? ਕੰਨਾਂ 'ਚ ਤੁਹਾਡੇ ਮੁੰਦਰੀ ਕੋਈ ਨਹੀਂ ਹੈ। ਮੁੰਦਰਾਂ ਪਾਏ ਫਿਰ ਇਸ ਅਨੁਸਾਰ ਅਸੀਂ ਮੁੰਦਰਾਂ ਪਾ ਕੇ ਤੁਰੇ ਫਿਰਦੇ ਹਾਂ, ਤੁਹਾਡੇ ਕੋਲ ਮੁੰਦਰਾਂ ਹੀ ਕੋਈ ਨਹੀਂ ਹੈ। ਸਭ ਕਹਿੰਦੇ ਮੁੰਦਾ ਸੰਤੋਖ, ਕੱਚ ਦੀਆਂ ਨਹੀਂ, ਸੰਤੋਖ ਦੀਆਂ ਪਾਈਆਂ ਹੋਈਆਂ ਨੇ। ਸ਼ਰਮ ਪਤ ਝੋਲੀ। ਜੋਗੀ ਕਹਿਣ ਲੱਗੇ ਤੁਹਾਡੇ ਕੋਲ ਝੋਲੀ ਕੋਈ ਨਹੀਂ। ਕਹਿਣ ਲੱਗੇ ਸ਼ਰਮ, ਮਿਹਨਤ ਕਰਨੀ, ਮਸ਼ੱਕਤ ਕਰਨੀ, ਵਿਹਲੜ ਨਹੀਂ ਰਹਿਣਾ। ਨਾ ਵਿਹਲੜ ਬੰਦਾ ਤੇ ਦਲਿਦਰੀ ਹੁੰਦਾ ਹੈ। ਆਪ ਕਿਰਤ ਕਰਨੀ, ਕਿਉਂਕਿ ਇਹ ਰੱਬ ਨੇ ਹੱਥ ਦਿੱਤੇ ਨੇ ਤੇ ਇਹਦੀ ਡਿਊਟੀ ਲਾਈ ਆ ਵੀ ਤੂੰ ਕੁਝ ਕਰਨਾ ਵਾ। ਬਾਕੀ 84 ਲੱਖ ਜੀਵ ਨੂੰ ਹੱਥ ਨਹੀਂ ਦਿੱਤੇ, ਉਹਨਾਂ ਨੂੰ ਚੁੰਝ ਦਿੱਤੀ ਆ। ਉਹਨਾਂ ਦੀ ਡਿਊਟੀ ਲਾਈ ਵੀ ਤੁਸਾਂ ਖਾਣਾ, ਮੈਂ ਦੇਣਾ, ਤੁਹਾਂ ਖਾਣਾ। ਤੇ ਬੰਦੇ ਨੂੰ ਪਾਇਆ ਸਿਆਪਾ ਵੀ ਤੂੰ ਕਮਾ ਕੇ ਖਾਣਾ, ਮੈਂ ਤੈਨੂੰ ਹੱਥ ਦੇ ਦਿੱਤੇ ਆ। ਸਿਆਪਾ ਤੇ ਰੱਬ ਨੇ ਪਾਇਆ ਕਿ ਹੋਰ ਕਿਸੇ ਨੇ ਥੋੜਾ ਪਾਇਆ। ਹੁਣ ਇਹ ਤੇਰਾ ਕੀਆ ਭਰਮ ਹੋਆ, ਇਹ ਵੀ ਉਹਦੇ ਹੁਕਮ 'ਚ, ਹੁਕਮੇ ਅੰਦਰ ਸਭ ਕੋਈ। ਸਿਆਪਾ ਵੀ ਹੁਕਮ 'ਚ ਹੀ ਆ। ਕਹਿ ਲਗੇ ਮੁੰਦਾ ਸੰਤੋਖ, ਸ਼ਰਮ। ਇਹ ਬਾਣੀ 'ਚ ਕਰੀ ਹੋਰ ਥਾਂ ਤੇ ਆਉਣਾ, ਸ਼ਰਮ ਖੰਡ ਕੀ ਬਾਣੀ ਰੂਪ। ਸ਼ਰਮ ਨੇ ਮਿਹਨਤ ਮਸ਼ੱਕਤ ਜਿਹੜੇ ਆਉਂਦੇ ਨਾ, ਅੱਗੇ ਆਪਾਂ ਚੱਲ ਕੇ ਵਿਆਖਿਆ ਕਰਾਂਗੇ ਪੰਜਾਂ ਖੰਡਾਂ ਦੀ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਧਰਮ ਖੰਡ ਤੋਂ ਬਾਅਦਾਂ ਗਿਆਨ ਖੰਡ ਆਉਣਾ ਵਾ। ਇੱਥੇ ਕਹਿੰਦੇ ਬਾਬੇ ਨੇ ਸਭ ਕੁਝ ਕਰ ਦਿੱਤਾ, ਮਾਰ ਕਹਿੰਦੇ ਮਿਹਨਤ ਕਰੋ, ਖੰਡਾਂ ਨੂੰ ਲੰਘੋ ਤੇ ਫਿਰ ਸੱਚਖੰਡ ਆਉਣਾ ਵਾ। ਉਹ ਬਾਬੇ ਨੇ ਬਾਟਾ ਪਿਆਤਾ ਲੱਸੀ ਦਾ, ਬਸ ਸਤਨਾਮ ਵਾਹਿਗੁਰੂ। ਇਹ ਕਿਹੜੇ ਪਾਸੇ ਦੁਨੀਆ ਤੁਰੀ ਹੋਈ ਹੈ? ਬਾਬੇ ਨੂੰ ਤਾਂ ਗਰਮੀ ਹੋਈ ਸਕਦੇ ਹੋ ਲੱਸੀ ਪੀਂਦਾ, ਤੇ ਤੁਸੀਂ ਸਿਆਲ 'ਚ ਵੀ ਲੱਸੀ ਪੀ ਜਾਂਦੇ। ਬਾਬੇ ਦੀ ਮਰਜ਼ਾ ਹੈ, ਮਰੋਗੇ ਫਿਰ ਬਿਮਾਰੀਆਂ ਨਾਲ। ਮਰ ਕਹਿੰਦੇ ਧਰਮ ਖੰਡ ਕਾ ਇਹੋ ਧਰਮ। ਧਰਮ ਖੰਡ ਤੋਂ ਬਾਅਦ ਗਿਆਨ ਖੰਡ ਆਉਣਾ ਹੈ। ਗਿਆਨ ਖੰਡ ਕਾ ਆਖੋ ਕਰਮ।
ਗਿਆਨ ਖੰਡ ਤੋਂ ਜਿਹੜਾ ਤੀਸਰਾ ਖੰਡ ਆਉਣਾ ਵਾ ਨਾ, ਉਹ ਸ਼ਰਮ ਖੰਡ ਹੈ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਤੇ ਇਹ ਗਏ ਮਸ਼ੱਕਤ ਕਹਿ ਲੋ, ਸ਼ਰਮ ਕਹਿ ਲੋ, ਅਰਥ ਇੱਕ ਹੀ ਰਹਿਣਾ ਹੈ। ਸ਼ਰਮ ਪਤ ਝੋਲੀ। ਜਿਹੜਾ ਗਿਆਨ ਧਰਮ 'ਚ ਆਇਆ ਉਹਨੂੰ ਗਿਆਨ ਹੋਇਆ, ਤੇ ਜਿਹਨੂੰ ਗਿਆਨ ਹੋਇਆ ਤੇ ਉਹਨੇ ਮਿਹਨਤ ਕੀਤੀ, ਉਹਨੂੰ ਕਹਿੰਦੇ ਨੇ ਸ਼ਰਮ ਖੰਡ ਕੀ। ਤੇ ਜਿਹਨੇ ਸ਼ਰਮ ਕੀਤੀ ਉਹਨੂੰ ਕਰਮ ਖੰਡ ਹੋ ਗਿਆ, ਉਹ ਤੇ ਬਖਸ਼ਿਸ਼ ਹੋ ਗਈ। ਵੇਲੜਾਂ ਤੇ ਬਖਸ਼ਿਸ਼ ਥੋੜਾ ਹੁੰਦੀ ਹੈ ਨਾ। ਫਿਰ ਆਉਣਾ ਕਰਮ ਖੰਡ। ਕਰਮ ਖੰਡ ਤੋਂ ਬਾਅਦਾਂ ਫਿਰ ਸੱਚ ਖੰਡ ਆਉਣਾ ਵਾ। ਮਰ ਕਹਿੰਦੇ ਮੁੰਦਾ ਸੰਤੋਖ, ਅਸੀਂ ਮੁੰਦਰਾਂ ਪਾਈਆਂ ਹੋਈਆਂ ਨੇ ਸੰਤੋਖ ਦੀਆਂ। ਸ਼ਰਮ ਪਤ ਝੋਲੀ, ਮਿਹਨਤ ਮਸ਼ੱਕਤ ਕਰਨੀ, ਗੁਰੂ ਨਾਨਕ ਜੈਸੀ ਮਸ਼ੱਕਤ ਕਿਸੇ ਨੇ ਨਹੀਂ ਕਰਨੀ। ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਰੋੜਾਂ ਤੇ ਸੌਣਾ, ਖਾਣ ਪੀਣ ਨੂੰ ਕੁਛ ਨਹੀਂ ਆ, ਅੱਕ ਖਾ ਲੈਣਾ। ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ। ਦਲਿੱਦਰ ਲੋਕ ਥੋੜਾ ਤਪੱਸਿਆ ਕਰਦੇ ਹੁੰਦੇ। ਦਲਿੱਦਰ ਤਾਂ ਜੁੱਲਾ ਹੀ ਨਹੀਂ ਛੱਡਦੇ, ਤੇ ਜੁੱਲੇ ਛੱਡੇ ਤੋਂ ਬਿਨਾਂ ਤਪੱਸਿਆ ਹੋ ਨਹੀਂ ਸਕਦੀ। ਮਰ ਗਏ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬੈਪੂਤ। ਅਸੀਂ ਆ ਗੋਇਆਂ ਦੀ ਸਵਾਹ ਨਹੀਂ ਮਲਦੇ। ਰੱਬ ਨਾਲ ਧਿਆਨ ਜੋੜਨਾ ਇਹ ਸਾਡੇ ਕੋਲ ਸੁਭਾਅ ਵਾ। ਕਿਉਂਕਿ ਜੋਗੀ ਲੋਕ ਜਿਹੜੇ ਸਵਾਹ ਮਲਦੇ ਨਾ ਪਿੰਡੇ ਤੇ, ਉਹ ਗੋਇਆਂ ਦੀ ਸਵਾਹ ਹੁੰਦੀ ਆ। ਕਿਉਂਕਿ ਜਿਹੜੀ ਲੱਕੜ ਦੀ ਸਵਾਹ ਹੁੰਦੀ ਉਹ 'ਚ ਕੋਲੇ ਹੁੰਦੇ ਆ, ਤੇ ਜਿਹੜੀ ਪਾਥੀਆਂ ਦੀ ਸਵਾਹ ਹੁੰਦੀ ਉਹ 'ਚ ਕੋਲਾ ਕੋਈ ਨਹੀਂ ਹੁੰਦਾ। ਤੇ ਕੋਲਾ ਥੋੜਾ ਸਰੀਰ ਤੇ ਮਲਿਆ ਜਾਣਾ, ਸਵਾਹ ਮਲੀ ਜਾਣੀ ਹੈ। ਮਰ ਕਹਿੰਦੇ ਧਿਆਨ ਕੀ ਕਰੇ ਬਪੂਤ, ਪੰਚਾਂ ਕਾ ਗੁਰੇਕ ਧਿਆਨ। ਸੁਣਿਆ ਲਾਗੇ ਅਸੀਂ ਰੱਬ ਦਾ ਨਾਮ ਸੁਣਦੇ ਆ, ਤੇ ਸੁਣਦੇ ਨਾਲ ਰੱਬ 'ਚ ਧਿਆਨ ਜੁੜਦਾ। ਇਹ ਸਾਡੇ ਕੋ ਸੁਭਾਅ ਵਾ। ਸੁਣਿਆ ਲਾਗੇ ਸਹਿਜ ਧਿਆਨ, ਪੰਚਾਂ ਕਾ ਗੁਰ ਏਕ ਧਿਆਨ। ਧਿਆਨ ਕੀ ਕਰੇ ਬਪੂਤ। ਤੁਸੀਂ ਗੋਇਆਂ ਦੀ ਸਵਾਹ ਕਰ ਮਲਦੇ ਹੋ, ਅਸੀਂ ਧਿਆਨ ਦੀ ਸਵਾਹ ਮਲਦੇ ਹਾਂ। ਧਿਆਨ ਕੀ ਕਰੇ ਬਪੂਤ। ਖਿੰਥਾ ਕਾਲ ਕੁਵਾਰੀ ਕਾਇਆ। ਖਿੰਥਾ ਝੋਲੀ, ਜਿੱਚ ਜੋਗੀ ਭਿੱਖਿਆ ਲੈ ਕੇ ਪਾਉਂਦੇ ਨੇ। ਮਰ ਖਿੰਥਾ ਕਾਲ, ਮੌਤ ਨੂੰ ਯਾਦ ਰੱਖਣਾ, ਇਹ ਮਨ ਨੂੰ ਝੋਲੀ ਆ ਕੋਲ। ਕੁਵਾਰੀ ਕਾਇਆ, ਇਹ ਤਾਂ ਹੁਣ ਸਮਾਂ ਹੋ ਗਿਆ, ਕੱਲ ਨੂੰ ਇਹਦੀ ਵਿਆਖਿਆ ਆਪਾਂ ਵੇਖੀ ਕਰ ਲਾਂਗੇ। ਖਿੰਥਾ ਕਾਲ ਕੁਵਾਰੀ ਕਾਇਆ, ਸਰੀਰ ਨੂੰ ਕੋਈ ਨਸ਼ਾ ਨਹੀਂ ਲਾਉਣਾ, ਇਹਨੂੰ ਕੁਵਾਰਾ ਰੱਖਣਾ ਹੈ। ਜਿੱਦਾਂ ਕਿ ਫਲਾਣੇ ਦਾ ਇਹ ਧੀ ਕੁਵਾਰੀ ਹੈ, ਫਲਾਣੇ ਦਾ ਮੁੰਡਾ ਕੁਵਾਰਾ, ਵਿਆਹਿਆ ਨਹੀਂ ਗਿਆ, ਉਹ ਕੁਵਾਰਾ ਹੈ। ਮਨ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ। ਅਸੀਂ ਸਰੀਰ ਨੂੰ ਕੋਈ ਨਸ਼ਾ ਨਹੀਂ ਲਾਇਆ। ਤੁਸੀਂ ਭੰਗ ਪੀਂਦੇ ਹੋ, ਤੁਸੀਂ ਸੂਟੇ ਖਿੱਚਦੇ ਹੋ, ਚਿਲਮ ਪੀਂਦੇ ਹੋ, ਤੁਸੀਂ ਗਾਂਜਾ ਪੀਂਦੇ ਹੋ। ਅੱਜ ਵੀ ਜਾ ਕੇ ਵੇਖ ਲੈਣਾ, ਜਦੋਂ ਹਰਿਦੁਆਰ ਮੇਲਾ ਲੱਗਦਾ ਤੇ ਕਿੱਦਾਂ ਉੱਥੇ ਸੂਟੇ ਖਿੱਚਦੇ ਨੇ। ਉਹ ਜਿਹੜਾ ਉਹ ਗਾਂਜਾ ਪੀਂਦੇ ਆ ਨਾ ਜੋਗੀ, ਤੇ ਆਮ ਬੰਦਾ ਇੱਕ ਸੂਟਾ ਵੀ ਖਿੱਚੇ ਹੋ ਸਕਦਾ, ਮਰ ਸਕਦਾ ਹੈ, ਪਰ ਉਹ ਸੂਟੇ ਤੇ ਸੂਟਾ ਸੂਟਾ ਹੀ ਖਿੱਚੀ ਜਾਂਦੇ। ਮਾਰ ਕੇ ਤੇ ਨਾ ਕੁਵਾਰੀ ਕਾਇਆ ਜੁਗਤ, ਕੁਵਾਰਾ ਰੱਖਣਾ ਹੈ। ਇੱਕ ਕੋਰਾ ਭਾਂਡਾ ਹੁੰਦਾ, ਇੱਕ ਕੁਵਾਰਾ ਹੀ ਧੀ ਪੁੱਤ ਹੁੰਦੇ ਨੇ। ਜਿਸ ਭਾਂਡੇ 'ਚ ਕੁਛ ਪਾਇਆ ਨਾ ਜਾਵੇ, ਪੁਰਾਣੇ ਸਮਝਦੇ ਨੇ ਕੋਰਾ ਕੁੱਜਾ। ਤੇ ਜਦੋਂ ਉਹ 'ਚ ਪਾਣੀ ਪਾ ਦਿੱਤਾ ਜਾਂਦਾ ਸੀ, ਉਦੋਂ ਉਹ ਕੋਰਾ ਨਹੀਂ ਸੀ ਰਹਿੰਦਾ। ਜਦੋਂ ਉਹਦੇ 'ਚ ਲੱਸੀ ਪਾ ਦਿੱਤੀ, ਕੋਰਾ, ਕਿਉਂਕਿ ਉਹਦੇ ਵਿੱਚ ਲੱਸੀ ਵੀ ਚਲ ਜਾਂਦੀ ਆ। ਉਹ ਮਿੱਟੀ ਦੇ ਭਾਂਡੇ ਦੀ ਇਹ ਖੂਬੀ ਆ। ਜਿਹੜੇ ਸਾਡੇ ਅੱਜ ਕੱਲ੍ਹ ਦੇ ਭਾਂਡੇ ਨੇ ਸਟੀਲ ਦੇ, ਇਹਦੇ ਕੋਈ ਅਸਰ ਨਹੀਂ ਹੁੰਦਾ। ਪਰ ਉਹ ਜਿਹੜੇ ਕੋਰੇ ਭਾਂਡੇ ਸੀ, ਉਹਨਾਂ ਦੇ 'ਚ ਪਾਣੀ ਪਾਈਏ ਤੇ ਪਾਣੀ ਉਹਦੇ ਵਿੱਚ ਚਲ ਜਾਂਦਾ ਸੀ ਭਾਂਡੇ ਦੇ। ਮਰ ਕੇ ਸਰੀਰ ਨੂੰ ਕੋਈ ਐਬ ਨਹੀਂ ਲੱਗਣ ਦੇਣਾ। ਤੇ ਸਾਨੂੰ ਤੇ ਐਬ ਹੀ ਬੜੇ ਲੱਗੇ ਹੋਏ ਨੇ। ਸਵੇਰੇ ਚਾਹ ਪੀਤੀ ਤੋਂ ਬਿਨਾਂ ਸਾਡੀਆਂ ਅੱਖਾਂ ਹੀ ਨਹੀਂ ਉਗੜਦੀਆਂ। ਜੋਗੀਆਂ ਨੂੰ ਅਸੀਂ ਕੀ ਕਹਿਣਾ, ਸਾਨੂੰ ਤੇ ਗ੍ਰਸਤੀਆਂ ਨੂੰ, ਜੋਗੀਆਂ ਨੂੰ ਵੱਧ ਨਸ਼ੇ ਲੱਗੇ ਹੋਏ ਨੇ। ਜੇ ਜੋਗੀ ਸੂਟੇ ਖਿੱਚਦੇ ਆ ਤੇ ਗ੍ਰਸਤੀ ਸੂਟੇ ਘੱਟ ਖਿੱਚਦੇ ਆ। ਚਾਹ ਪੀਤੀ ਤੋਂ ਬਿਨਾਂ ਅੱਖਾਂ ਹੀ ਨਹੀਂ ਉਗੜਦੀਆਂ ਹੈ। ਉਹ ਕਹਿੰਦੇ, ਮੈਂ ਕਿਸੇ ਨੂੰ ਕਿਹਾ ਨਾ, ਉਹ ਵੀ ਤੁਸੀਂ ਜਪਜੀ ਸਾਹਿਬ ਪਾਠ ਬੜੀ ਛੇਤੀ ਕਰ ਲੈਂਦੇ, ਚਾਹ ਪੀਣੀ ਹੁੰਦੀ ਮੁੜ ਕੇ।
ਲਓ, ਚਾਹ ਪਿੱਛੇ ਜਪਜੀ ਸਾਹਿਬ ਪਰਾਂ ਕੱਢ ਛੱਡਿਆ ਨਾ। ਨਹੀਂ ਨਹੀਂ ਨਹੀਂ, ਕੁਆਰੀ ਕਾਇਆ ਜੁਗਤ, ਸਰੀਰ ਨੂੰ ਕੋਈ ਨਸ਼ਾ ਨਹੀਂ ਲੱਗਣ ਦੇਣਾ। ਇਹ ਸਾਡੇ ਕੋਲ ਜੁਗਤੀ ਹੈ ਜੋਗੀਆਂ ਵਾਲੀ। ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਤੁਸੀਂ ਆ ਬਾਹਰ ਡੰਡਾ ਲੈ ਕੇ ਤੇ ਬਾਬੇ ਬਣ ਜਾਂਦੇ ਹੋ। ਕਈ ਸਾਧੂ ਮਹਾਤਮਾ ਡੰਡਾ ਹੱਥ ਵਿੱਚ ਰੱਖਦੇ ਨੇ। ਗੁਰੂ ਨਾਨਕ ਸਾਹਿਬ ਖੁਦ ਡੰਡਾ ਰੱਖਦੇ ਸਨ। ਆਸਾ ਹੱਥ, ਭਾਈ ਗੁਰਦਾਸ ਨੇ ਲਿਖਿਆ, ਕਿਤਾਬ ਕੱਛ। ਗੁਰੂ ਨਾਨਕ ਸਾਹਿਬ ਇੱਕ ਡੰਡਾ ਸੀ ਤੇ ਇੱਕ ਕਿਤਾਬ ਸੀ। ਅੱਜ ਸਾਡੇ ਕੋਲ ਡੰਡਾ ਹੀ ਡੰਡਾ, ਕਿਤਾਬ ਹੈ ਨਹੀਂ ਗੀ। ਡੰਡਾ ਕੇਵਲ ਕੁੱਤਿਆਂ ਵਾਸਤੇ ਹੁੰਦਾ, ਕਿਤਾਬ ਬੰਦਿਆਂ ਵਾਸਤੇ ਹੁੰਦੀ ਆ। ਡੰਡਾ ਹੁੰਦਾ ਕੁੱਤੇ ਬਿੱਲੀ ਨੂੰ ਭਜਾਉਣ ਵਾਸਤੇ, ਕਿਤਾਬ ਹੁੰਦੀ ਹੈ ਬੰਦੇ ਨੂੰ ਸਮਝਾਉਣ ਵਾਸਤੇ। ਤੇ ਆਸਾ ਹੱਥ, ਬਾਬੇ ਜੀ ਕੋਲ ਸੋਟਾ ਸੀ ਤੇ ਕਿਤਾਬ ਸੀ, ਤੇ ਸਾਡੇ ਕੋਲ ਡੰਡਾ ਹੀ ਆ, ਕਿਤਾਬ ਹੈ ਨਹੀਂ ਹੈ। ਯਾਨੀ ਕਿ ਸਾਡੇ ਕੋਲ ਅਕਲ ਹੈ ਨਹੀਂ ਹੈ, ਡੰਡਾ ਹੀ ਹੈ। ਮਰ ਕਹਿੰਦੇ ਕਾਇਆ ਜੁਗਤ ਡੰਡਾ, ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਇੱਥੇ ਵਿਸ਼ਰਾਮ ਦੇਣਾ, ਜਿਹਨੂੰ ਪਾਠ ਕਰਨਾ ਹੈ ਨਾ, ਸਮਾਂ ਹੋ ਗਿਆ ਬੜਾ। ਖਿੰਥਾ ਕਾਲ, ਇੱਥੇ ਰੁਕ ਜਾਣਾ, ਵਿਸ਼ਰਾਮ ਦੇਣਾ ਹੈ। ਕੁਆਰੀ ਕਾਇਆ ਜੁਗਤ, ਵਿਸ਼ਰਾਮ ਤਾਂ ਹੀ ਕੋਈ ਦਊਗਾ ਕੋਈ ਪਾਠ ਕਰਨ ਦਿਆ ਹੋਊਗਾ। ਇਹ ਤੇ ਫੜ ਲਓ ਜੀ, ਜਪਜੀ ਸਾਹਿਬ ਲੰਘ ਜਾਂਦਾ। ਜੁਗਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਰੱਬ ਤੇ ਭਰੋਸਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਭਰੋਸੇ ਦਾ ਡੰਡਾ ਕੋਲ ਹੋਵੇ ਤੇ ਆਈ ਪੰਥੀ ਸਗਲ ਜਮਾਤੀ। ਤੁਸੀਂ ਪੰਥਾਂ 'ਚ ਵੰਡੇ ਗਏ ਹੋ, ਤੁਸੀਂ ਧਰਮਾਂ 'ਚ ਵੰਡੇ ਗਏ ਹੋ। ਅਸੀਂ ਜਿੰਨੀ ਰੱਬ ਦੀ ਸ੍ਰਿਸ਼ਟੀ ਆ ਸਾਰਿਆਂ ਨੂੰ ਆਪਣਾ ਹੀ ਪੰਥ ਮੰਨਦੇ ਹਾਂ। ਮਰਦਾਨੇ ਨੂੰ ਮੈਂ ਹੁਣ ਗੱਲ ਕਹਿ ਕੇ ਸਮਾਪਤੀ ਕਰਾਂ, ਟਾਈਮ ਓਵਰ ਹੋ ਗਿਆ। ਫਿਰ ਕਹਿੰਦੇ ਗੱਲ ਬੜੀ ਲੰਮੀ ਕਰ ਦਿੰਦਾ ਤੂੰ। ਹੋ ਗਈ ਲੰਮੀ, ਹੁਣ ਫਿਰ ਅੱਜ ਹੋ ਗਈ। ਕੋਈ ਵੀ ਆਦਤਾਂ ਜਿਹੜੀਆਂ ਪੈ ਜਾਂਦੀਆਂ ਉਹ ਨਹੀਂ ਜਾਂਦੀਆਂ ਮੁੜ ਕੇ। ਆਦਤ ਪਈ ਹੈ ਘੰਟੇ ਤੋਂ ਵੱਧ ਕਥਾ ਕਰਨ ਦੀ, ਉਹ ਜਾਂਦੀ ਨਹੀਂ ਹੁਣ ਆਦਤ। ਮੇਰੀ ਸ਼ਬਦ ਚੱਲ ਅੱਧੇ ਘੰਟੇ ਦੀ ਬਣਾਇਆ ਕਰ ਰਸਤਾ ਕਥਾ ਕਰੇ, ਉਹ ਘੰਟੇ ਤੋਂ ਵੱਧ ਹੋ ਜਾਂਦਾ। ਮੈਂ ਕੀ ਗੱਲ ਕਹਿ ਰਿਹਾ ਸੀ ਕਿ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਮਰਦਾਨੇ ਜੀ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ, ਮਰਦਾਨਾ ਜੀ, ਜੇ ਜਿਹੜਾ ਮੈਂ ਪੰਥ ਚਲਾਇਆ ਵਾ ਨਾ, ਜੇ ਇੱਕ ਝੰਡੇ ਥੱਲੇ ਬਹਿੰਦਾ ਰਿਹਾ ਏ, ਇਹਦੇ ਝੰਡੇ ਨਾ ਵੱਖਰੇ ਹੋਏ। ਜੇ ਇੱਕ ਥਾਂ ਤੇ ਬਹਿੰਦਾ ਰਿਹਾ ਤੇ ਮਰਦਾਨਿਆਂ ਇਹ ਰਾਜ ਕਰੂਗਾ ਧਰਤੀ ਤੇ ਜੇ ਮਰਦਾਨਿਆਂ ਇਹ ਸੰਪਰਦਾਵਾਂ 'ਚ ਵੰਡੇ ਗਏ, ਪੰਥਾਂ 'ਚ ਵੰਡੇ ਗਏ, ਧੜਿਆਂ 'ਚ ਵੰਡੇ ਗਿਆ ਮੇਰਾ ਸਿੱਖ, ਇਹਨੇ ਰਾਜ ਕੀ ਕਰਨਾ ਮਰਦਾਨਿਆਂ? ਇਹ ਮਾਰ ਖਾਊਗਾ ਧਰਤੀ ਉੱਤੇ। ਅੱਜ ਮੈਂ ਕੱਲ੍ਹ ਵੀ ਕਿਹਾ ਸੀ, ਇੰਨੇ ਗੁਰਦੁਆਰੇ, ਇੰਨੇ ਲੰਗਰ, ਇਹ ਸਾਡੀ ਨਫ਼ਰਤ ਦਾ ਪ੍ਰਤੀਕ ਹੈ, ਸਾਡੇ ਏਕਤਾ ਦਾ ਪ੍ਰਤੀਕ ਨਹੀਂ ਹੈ। ਸਾਹਿਬ ਕਿਰਪਾ ਕਰਨ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗਜੀਤ। ਅੱਗੇ ਆਦੇਸ਼ ਦਸੇ ਆਦੇਸ਼, ਆਦ ਨੀਰ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਬਾਕੀ ਫਿਰ ਕੱਲ੍ਹ ਨੂੰ, ਕਿਉਂਕਿ ਜੋਗੀਆਂ ਦੇ ਬਾਰੇ ਜਿੰਨੇ ਵੀ ਗੱਲਾਂ ਜਪਜੀ ਸਾਹਿਬ ਜੋ ਆਪਾਂ ਪਹਿਲਾਂ ਕਰ ਲਈਏ, ਤੇ ਫਿਰ ਆਪਾਂ ਉਹ ਅਗਲੀ ਲੜੀਵਾਰ ਕਥਾ ਫੇਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।